गदरी बाबे कौन सन, इस विचार की लड़ी दे विच असी विद्वानां नूं, इतिहासकारां नूं, खोजकारां नूं बुलाउंदे रहिंदे हां और असी खुला सद्दा दिता होया है कि कोई भी विद्वान अगर अपने विचार इस दे बारे च दसना चाहुंदा है तां असी वो अपने दर्शकां तक पहुंचाउण दा यतन करांगे। और अज स्टूडियो दे विच हाज़र ने गुरबचन जी साडे कोल ने, जिहड़े कि खोजी भी ने, लेखक भी ने, किताबां ने उन्हां दियां। उन्होंने भी ये गल प्रगट की सी कि जिस विषय के उत्ते बहस होनी चाहिए है ये उस दिशा वाल नूं नहीं जा रही, और जिन्हां दा भी लगाव है इस लहर दे नाल वो ज़्यादा सरगर्मी दे नाल इहदे विच हिस्सा लै रहे हैं। सानूं ये यकीन है कि गुरबचन जी दा इस लहर दे नाल काफ़ी डूंगा लगाव है और उन्होंने काफ़ी स्टडी भी की हुई है इस दे बारे च। असी उन्हां तों ये जानना चाहांगे। गुरबचन जी, पहलां तां तुहाडा बहुत निघा स्वागत है। तुसी स्टूडियो में आए हो, टाइम कढ़िया और तुसी पॉइंट आउट भी किया कि बहस नूं ठीक दिशा दे विच ले जाना चाहिए। असी तुहाडे कोलों ये जानना चाहांगे कि ये जिहड़ी बहस हुण चल रही है, 100 साल पूरे हो चले ने, नवंबर दे विच पूरे हो जाणगे जदों गदर पार्टी की स्थापना की गई सी। लेकिन ये पिछले इन्ने 99 सालों दे विच, जां कह लीए कि पिछले घੱਟ ਤੋਂ ਘੱਟ 90 सालों दे विच इस तरह का मुद्दा नहीं भखिया। ये हुण इस स्टेज के उत्ते आके क्यों भखिया है, असी चाहांगे कि तुसी अपने स्पष्ट विचार इहदे बारे च। सब तो पहला पॉइंट मेरा यही है कि हुण इस ते बहस क्यों छिड़ी? क्योंकि सिख विद्वान जिहड़े ने हुण वो बहुत मतलब कि सरगर्म होए ने। सिख विद्वानां ने अपने पिछोकड़ नूं फरोलना शुरू किया, अपने विरसे नूं मतलब लगातार पिछे नूं वेखण लगे ने। ਤਾਂ ਉਸਨਾਂ ਨੂੰ ਇਹ ਲੱਗਿਆ ਵੀ ਜਿਹੜੇ ਗਦਰੀ ਬਾਬੇ ਸਨ ਇਹ ਸਾਡੇ ਸਿੱਖ ਵਿਰਸੇ ਦੇ, ਸਾਡੇ ਪਿਛੋਕੜ ਚੋਂ ਨੇ, ਸਾਡੇ ਵਿਰਸੇ ਚੋਂ ਨੇ। ਇਸ ਕਰਕੇ ਉਹਨਾਂ ਨੇ ਮਤਲਬ ਕਿ ਸਿੱਖ ਗਦਰੀ ਬਾਬੇ ਸਿੱਖ ਸਨ। ਇਸ ਕਿਸਮ ਦੀ ਜਿਹੜੀ ਬਹਿਸ ਆਈ ਹੈ, ਇਸ ਤੋਂ ਬਾਅਦ ਇਹ ਬਹਿਸ ਤੁਰੀ ਹੈ ਵੀ ਗਦਰੀ ਬਾਬੇ ਕੌਣ ਸਨ। ਅਸੀਂ ਗੁਰਬਚਨ ਜੀ ਇੱਕ ਹੋਰ ਪੁਆਇੰਟ ਇੱਥੇ ਕਲੀਅਰ ਕਰੀਏ ਕਿ ਇਹ ਅਸੀਂ ਹੁਣ ਅੱਜ ਦੇ ਜਿਹੜੇ ਖੋਜਕਾਰ ਨੇ ਉਹ ਇਹ ਫੈਸਲਾ ਕਰਨ ਦਾ ਯਤਨ ਕਰ ਰਹੇ ਨੇ ਕਿ ਬਾਬੇ ਕੌਣ ਸਨ। समाजवादी कम्युनिस्ट सन, जां वो सिख फलसफे तो प्रभावित सन, सरबत का भला चाहते सन, जां सरबत दे भले दे लई किरत दी वगैरह। मेरा मतलब यह है कि भी बाबे खुद की समझते सन अपने आप नूं, वो उन्हां दी अपनी विचार की कहंदी। आपां इत्थों गल शुरू करिए कि वो की क्लेम करदे सी। बाबियां दी जिहड़ी वड्डी धर सी ਉਹ ਉਦੋਂ सिखी स्पिरिट चों लड़न दी ਉਹ अपनी मतलब कि ताकत लै रहे सन। पहली गल सिखी सारे ही सिख सन, अमृतधारी सन। इत्थों तक मतलब कि बाबे लगातार गुरु ग्रंथ साहब नाल जुड़े रहे। बाबियां दी जिहड़ी उस मौके ते जिहड़ी विचारधारा सी, ਉਹ विचारधारा ਉਹਨਾਂ ਦੀ ਦੇਸ਼ ਨੂੰ ਆਜ਼ਾਦ ਕਰਾਉਣ ਦੀ ਸੀ। ਮੇਨ ਮੁੱਖ ਤੌਰ ਤੇ ਦੇਸ਼ ਨੂੰ ਆਜ਼ਾਦ ਕਰਾਉਣੀ ਸੀ। ਉੱਥੋਂ ਜਦੋਂ ਉਹਨਾਂ ਨੇ ਜਾ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਉਸ ਆਜ਼ਾਦੀ ਨੂੰ ਮਾਣਿਆ, ਔਰ ਜਦੋਂ ਉਹਨਾਂ ਨੂੰ ਲੱਗਿਆ ਵੀ ਸਾਡੀ ਜਿਹੜੀ ਗੁਲਾਮੀ ਹੈ, ਜਿਹੜੀ ਸਾਨੂੰ ਮਤਲਬ ਕਿ ਛੋਟੇ ਕਰਦੀ ਹੈ ਇੱਥੇ ਆ ਕੇ, ਔਰ ਸਾਡੀ ਜਿਹੜੀ ਗੁਲਾਮੀ ਦਾ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ, ਉਹ ਇੱਥੇ ਲੜਨ ਆਏ ਦੇਸ਼ ਨੂੰ ਆਜ਼ਾਦ ਕਰਾਉਣ। ਉਹਨਾਂ ਦਾ ਕੋਈ ਮਕਸਦ ਮਤਲਬ ਕਿ ਉਸ ਲੈਵਲ ਤੇ ਦੇਸ਼ ਨੂੰ ਆਜ਼ਾਦ ਕਰਾਉਣਾ ਤੇ ਸਿੱਖਾਂ ਦੀਆਂ ਮੰਗਾਂ ਦੇ ਵਿੱਚ ਕੋਈ ਵੰਡ ਪਾਉਣੀ ਉਹਨਾਂ ਦੇ ਵਾਸਤੇ ਕੋਈ ਇਸ਼ੂ ਹੀ ਨਹੀਂ ਸੀ, ਮਸਲਾ ਹੀ ਨਹੀਂ ਸੀ। ਇਸ ਕਰਕੇ ਉਦੋਂ ਇਹ ਕੋਈ ਇਸ਼ੂ ਮਸਲਾ ਹੀ ਨਹੀਂ ਬਣਿਆ ਵੀ ਉਹ ਸਿੱਖ ਸਨ ਕਿ ਹਿੰਦੂ ਸਨ ਕਿ ਮੁਸਲਮਾਨ ਸਨ। ਉਦੋਂ ਮਸਲਾ ਉਹਨਾਂ ਨੂੰ ਸੀਗਾ ਦੇਸ਼ ਆਜ਼ਾਦ ਕਰਾਉਣਾ ਤੇ ਦੇਸ਼ ਦੇ ਗੋਰਿਆਂ ਦਾ ਕਬਜ਼ਾ ਤੇ ਇਹਨਾਂ ਨੂੰ ਗੋਰਿਆਂ ਨੂੰ ਬਾਹਰ ਕੱਢਣਾ, ਦੇਸ਼ ਸਾਡਾ। ਬੜੀ ਇੱਕ ਸਿੰਪਲ ਜੀ ਉਹਨਾਂ ਦੀ ਭਾਵਨਾ ਸੀ। ਮਸਲਾ ਕਦੋਂ ਬਣਿਆ? ਮਸਲਾ ਉਦੋਂ ਬਣਿਆ ਜਦੋਂ ਸਿੱਖਾਂ ਦੀ ਤੇ ਕਮਿਊਨਿਸਟਾਂ ਦੀ ਮਤਲਬ ਜਿਹੜੀ ਇੱਕ ਦੁਫੇੜ ਪਈ, ਜਿਹੜੀ ਜਿਸ ਦਾ ਆਧਾਰ ਆਲਮੀ ਕਮਿਊਨਿਸਟ ਲਹਿਰ ਦੇ ਵਿੱਚ ਪਿਆ, ਲੈਨਨ ਦੀਆਂ ਨੀਤੀਆਂ ਦੇ ਵਿੱਚ ਪਿਆ। ਜਦੋਂ ਆਲਮੀ ਕਮਿਊਨਿਸਟ ਲਹਿਰ ਧਰਮ ਦੇ ਵਿਰੋਧ ਦੇ ਵਿੱਚ ਜਿਹੜੀ ਸਾਰੀ ਵਿਕਸਿਤ ਹੁੰਦੀ ਗਈ ਤੇ ਸਿੱਖ ਬਾਬੇ ਜਿਹੜੇ ਪਿਛੋਕੜ 'ਚੋਂ ਬਾਹਰ ਧੱਕੇ ਜਾਂਦੇ ਰਹੇ। ਜਦੋਂ ਲਾਈਨ ਖਿੱਚੀ ਗਈ ਭਾਈ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ, ਉਹਦੇ ਕਾਲ ਚਲਾਣੇ ਤੋਂ ਬਾਅਦ, ਇੱਕ ਜਿਹੜੀ ਮਤਲਬ ਕਿ ਜਿਹੜਾ ਸਿੱਖ ਵਿਰਸਾ ਸੀ, ਜਿਸ ਨੂੰ ਭਾਈ ਸੰਤੋਖ ਸਿੰਘ ਸਿੱਖ ਵਿਰਸੇ ਨੂੰ ਆਪਣੇ ਨਾਲ ਲੈ ਕੇ ਆ ਰਿਹਾ ਸੀ ਔਰ ਕਿਰਤੀ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੀ। ਉਹ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇ ਲੇਖ ਨੇ ਜਾਂ ਦੂਜੇ ਬੜੇ ਲੇਖ ਨੇ ਉਹਨਾਂ ਦੇ ਜਿਹੜੇ ਮਤਲਬ ਕਿ ਲਗਾਤਾਰ ਸਿੱਖ ਵਿਰਸੇ ਨੂੰ ਬੁਲੰਦ ਕਰ ਰਹੇ ਨੇ। ਆਲਮੀ ਕਮਿਊਨਿਸਟ ਲਹਿਰ ਦੇ ਪ੍ਰਭਾਵ ਹੇਠਲੀ ਕਮਿਊਨਿਸਟ ਜਿਹੜੀ ਮਤਲਬ ਜਦੋਂ ਉਹਨਾਂ ਦੇ ਕਬਜ਼ੇ 'ਚ ਆਇਆ ਕਿਰਤੀ, ਉਹਨਾਂ ਨੇ ਜਦੋਂ ਮਤਲਬ ਕਿ ਆਪਣੀ ਹੱਥੀਂ ਆਪਣਾ ਆਪੇ ਹੀ ਕਾਜ ਸਵਾਰ ਕੇ ਜਦੋਂ ਉਸ ਕਿਰਤੀ ਦੇ ਉੱਤੋਂ ਇਹ ਲਾਈਨ ਕੱਢ ਦਿੱਤੀ, ਇਹਦਾ ਮਤਲਬ ਕੀ ਸੀ ਵੀ ਉਹਨਾਂ ਸਿੱਖਾਂ ਦੇ ਨਾਲੋਂ ਇੱਕ ਆਪਣਾ ਵਖਰੇਵਾਂ ਕਰ ਲਿਆ, ਨਖੇੜਾ ਕਰ ਲਿਆ। ਪਰ ਇਹ ਦਫੇੜ ਸਪਸ਼ਟ ਨਹੀਂ ਹੋਈ। ਇੱਥੋਂ ਮਜ਼ੇਦਾਰ ਗੱਲ ਇਹ ਸਭ ਬਾਬਾ ਵਿਸਾਖਾ ਸਿੰਘ ਜਿਹੜਾ ਮਤਲਬ ਕਿ ਦੇਸ਼ ਭਗਤ ਯਾਦਗਾਰ ਹਾਲ ਦੀ ਨੀਂਹ ਲਈ ਪੈਸੇ ਇਕੱਠੇ ਕਰ ਰਿਹਾ ਔਰ ਸਾਰਾ ਕੁਝ ਕਰ ਰਿਹਾ, ਸ਼੍ਰੋਮਣੀ ਕਮੇਟੀ ਫੰਡ ਦੇ ਰਹੀ ਹੈ ਮਤਲਬ ਕਿ ਦੇਸ਼ ਭਗਤ ਯਾਦਗਾਰ ਹਾਲ ਵਾਸਤੇ। ਉਦੋਂ ਨਹੀਂ ਡਿਵੀਜ਼ਨ ਪਈ, ਉਹ ਲਗਾਤਾਰ। ਪਰ ਇੱਕ ਕਮਿਊਨਿਸਟ ਲਹਿਰ ਤੇ ਸਿੱਖੀ ਲਹਿਰ ਦੇ ਵਿੱਚ ਇੱਕ ਨਖੇੜਾ ਹੋ ਗਿਆ।
ਮਤਲਬ ਕਿ ਸੰਤੋਖ ਸਿੰਘ ਤੋਂ ਬਾਅਦ। ਬਚਨ ਜੀ, ਤੁਹਾਡਾ ਵਿਚਾਰ ਇਹ ਆ ਕਿ ਇਹ ਦਫੇੜ ਦੇ ਬੀਜ ਇੰਟਰਨੈਸ਼ਨਲ ਕਮਿਊਨਿਸਟ ਮੂਵਮੈਂਟ ਹੈ ਜਿਹੜੀ, ਜਿਹਦਾ ਕੇਂਦਰ ਮਾਸਕੋ ਸੀ, ਉਹਦੇ ਪ੍ਰਭਾਵ ਥੱਲੇ ਆਉਣ ਕਾਰਨ ਜਿਹੜੇ ਗਦਰੀ ਸੀ, ਜਿਹੜੇ ਅਸਲ ਦੇ ਵਿੱਚ ਸਿੱਖ ਫਲਸਫੇ ਦੇ ਨਾਲ ਜੁੜੇ ਹੋਏ ਸਨ, ਸਿੱਖ ਕਲਚਰ ਦੇ ਨਾਲ, ਸੱਭਿਆਚਾਰ ਨਾਲ ਜੁੜੇ ਹੋਏ ਸਨ, ਉਹ ਸਿੱਖ ਮਾਸਕ ਤੋਂ ਦੂਰ ਹੁੰਦੇ ਗਏ, ਨਿਖੜਦੇ ਗਏ। ਤੁਸੀਂ ਇਹ ਕਹਿਣਾ ਚਾਹੁੰਦੇ? ਨਹੀਂ, ਇਹ ਬਿਲਕੁਲ ਨਹੀਂ ਕਹਿਣਾ ਚਾਹੁੰਦਾ ਮੈਂ। ਜਿਹੜੇ ਗਦਰੀ ਬਾਬੇ ਸਨ ਉਹ ਆਪਣੇ ਵੇਲੇ ਬਿਲਕੁਲ ਮਤਲਬ ਕਿ ਉਹਨਾਂ ਨੂੰ ਇਸ ਗੱਲ ਦਾ ਨਾ ਅਹਿਸਾਸ ਸੀ, ਨਾ ਉਹਨਾਂ ਨੂੰ ਇਹ ਜਾਣਕਾਰੀ ਸੀ ਕਿ ਜਿਹੜੀ ਸਾਰੀ ਆਲਮੀ ਕਮਿਊਨਿਸਟ ਲਹਿਰ ਹੈ ਇਹ ਧਰਮ ਵਿਰੋਧੀ ਹੈ, ਨਾ ਹੀ ਉਹ ਇਸ ਮਤਲਬ ਕਿ ਇਹਦੀ ਗਹਿਰਾਈ 'ਚ ਗਏ ਸਨ। ਉਹ ਤੇ ਬੜੀ ਇਮਾਨਦਾਰੀ ਦੇ ਵਿੱਚੋਂ ਮਤਲਬ ਕਿ ਲੜਨ ਲਈ ਆਏ ਸਨ। ਉਹ ਲੜਦੇ ਰਹੇ ਔਰ ਸਿੱਖੀ ਜਜ਼ਬੇ ਦੇ ਵਿੱਚ ਜਿਹੜੀ ਸਾਰੀ ਦੀ ਸਾਰੀ, ਜਿਵੇਂ ਉਹਨੇ ਸਰਦਾਰ ਕਪੂਰ ਸਿੰਘ ਨੇ ਕਿਹਾ ਵੀ ਜਿਹੜੀ ਸਾਰੀ ਕਮਿਊਨਿਸਟਾਂ ਦੇ ਵਿੱਚ, ਕਮਿਊਨਿਸਟ ਫਲਸਫੇ ਦੇ ਵਿੱਚ ਜਿਹੜੀ ਗਰੀਬਾਂ ਦੇ ਵਾਸਤੇ, ਦਲਿਤ ਪਛੜਿਆਂ ਦੇ ਵਾਸਤੇ, ਪੀੜਤਾਂ ਦੇ ਵਾਸਤੇ, ਮਜ਼ਲੂਮ ਦੇ ਵਾਸਤੇ, ਸਰਬੱਤ ਦੇ ਭਲੇ ਦੇ ਵਾਸਤੇ ਜਿਹੜੀ ਲੜਨ ਦੀ ਸਪਿਰਿਟ ਹੈ, ਜਿਹੜੀ ਲੜਨ ਦੀ ਰੂਹ ਹੈ, ਉਹ ਸਿੱਖੀ ਫਲਸਫੇ 'ਚ ਪਈ ਹੈ। ਉਸ ਫਲਸਫੇ 'ਚ ਉਸ ਰੂਹ ਨੂੰ ਲੈ ਕੇ ਗਦਰੀ ਬਾਬੇ ਇਮਾਨਦਾਰੀ ਨਾਲ ਇੱਧਰ ਲੜਨ ਲੱਗ ਗਏ। ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਨਹੀਂ ਸੀ ਪਤਾ ਵੀ ਉੱਤੇ ਆਲਮੀ ਕਮਿਊਨਿਸਟ ਲਹਿਰ ਜਿਹੜੀ ਹੈ ਧਰਮ ਵਿਰੋਧੀ ਹੈ, ਜਾਂ ਮਤਲਬ ਕਿ ਧਰਮ ਦੇ, ਜਦੋਂ ਇੱਥੇ ਆ ਕੇ ਧਰਮ ਵਿਰੋਧੀ ਜਿਹੜੀ ਲਹਿਰ ਸੀ ਉਹਦਾ ਪੰਜਾਬ ਦੀ ਕਮੇਟੀ ਤੇ ਕਬਜ਼ਾ ਹੋ ਗਿਆ। ਜਦੋਂ ਸੋਹਣ ਸਿੰਘ ਜੋਸ਼ ਦੇ ਰੂਪ ਦੇ ਵਿੱਚ ਉਹਨਾਂ ਨੇ ਸਿੱਖ ਧਰਮ ਨਾਲੋਂ ਨਖੇੜਾ ਕਰਨਾ ਸ਼ੁਰੂ ਕਰ ਦਿੱਤਾ। ਇਹਦੇ ਬਾਵਜੂਦ 53 ਤੱਕ, ਮਤਲਬ ਕਿ 1953 ਤੱਕ ਸਿੱਖ ਤੇ ਅਕਾਲੀ ਦਲ ਤੇ ਕਮਿਊਨਿਸਟ ਪਾਰਟੀਆਂ ਇਕੱਠੇ ਰਲ ਕੇ ਲੜਦੀਆਂ ਰਹੀਆਂ ਨੇ। ਇਹ ਜਾ ਕੇ ਫਿਰ 53 ਤੋਂ ਬਾਅਦ ਜਦੋਂ ਮਤਲਬ ਕਿ ਨਹਿਰੂ ਦੇ ਪ੍ਰਭਾਵ ਹੇਠ ਜਦੋਂ CPI ਦੇ ਇਹ ਲਗਾਤਾਰ ਇੱਕ ਟ੍ਰੈਂਡ ਆਇਆ। ਤੁਹਾਡਾ ਗੁਰਬਚਨ ਜੀ ਬੜਾ ਦਿਲਚਸਪ ਇਹ ਵਿਆਖਿਆ ਮੈਨੂੰ ਲੱਗਦੀ ਹੈ, ਕਿਉਂਕਿ ਤੁਸੀਂ ਜਿਹੜੀ ਇਹ ਗੱਲ ਕਹਿ ਦਿੱਤੀ ਕਿ ਗਦਰੀ ਬਾਬਿਆਂ ਨੂੰ ਇਹ ਬਿਲਕੁਲ ਅਹਿਸਾਸ ਨਹੀਂ ਸੀ ਕਿ ਕਮਿਊਨਿਸਟ ਇੰਟਰਨੈਸ਼ਨਲ ਦੇ ਜਾਂ ਲੀਡਰ ਨੇ ਜਿਹੜੇ ਉਹ ਧਰਮ ਦੇ ਵਿਰੋਧੀ ਨੇ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ। ਲੇਕਿਨ ਉਹਨਾਂ ਨੂੰ ਇਹ ਸੀਗਾ ਕਿ ਜੋ ਸਿੱਖ ਫਲਸਫੇ, ਸਿੱਖ ਧਰਮ ਦੇ ਵਿੱਚ ਗਰੀਬੀ ਜਾਂ ਕਿਰਤ ਜਾਂ ਗਰੀਬਾਂ ਦੇ ਹੱਕ ਦੇ ਵਿੱਚ, ਛੋਟੀਆਂ ਜਾਤੀਆਂ ਦੇ ਹੱਕ ਦੇ ਵਿੱਚ, ਉਹ ਸਾਰਾ ਕੁਝ ਕਮਿਊਨਿਸਟਾਂ ਦੇ ਵਿੱਚ ਵੀ ਹੈ। ਇਸ ਕਰਕੇ ਉਹਨਾਂ ਦੇ ਨਾਲ ਸਮਝ ਪੈ ਗਈ ਤੇ ਇੱਕ ਸਟੇਜ ਤੇ ਜਾ ਕੇ ਜਿਹੜੇ ਜ਼ਿਆਦਾ ਕਮਿਊਨਿਸਟਾਂ ਵੱਲ ਨੂੰ ਜਾਂ ਕਮਿਊਨਿਸਟ ਫਲਸਫੇ ਨੂੰ ਝੁਕੇ ਹੋਏ ਸਨ, ਉਹਨਾਂ ਦਾ ਇਹਦੇ ਉੱਤੇ ਕਬਜ਼ਾ ਹੋ ਗਿਆ, ਤਾਂ ਜਿਹੜਾ ਉਹਨਾਂ ਦਾ ਨਖੇੜਾ ਸ਼ੁਰੂ ਹੋ ਗਿਆ। ਉਦੋਂ ਬਾਅਦ ਉਹ ਨਖੇੜਾ ਲਗਾਤਾਰ 53 ਤੱਕ ਉਹ ਕਲੀਅਰ ਨਹੀਂ ਹੋਇਆ। 53 ਤੋਂ ਬਾਅਦ ਜਦੋਂ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਪੰਜਾਬ ਦੀਆਂ ਮੰਗਾਂ ਵਾਸਤੇ, ਜਿਹੜੀ ਅਸਲ 'ਚ ਸਿੱਖਾਂ ਦੀਆਂ ਮੰਗਾਂ ਸਨ, ਜਦੋਂ ਅਸਲ 'ਚ ਜਿਹੜਾ ਮਾਸਟਰ ਤਾਰਾ ਸਿੰਘ ਨੇ ਜਦੋਂ 47 ਦੀ ਵੰਡ ਤੋਂ ਬਾਅਦ ਜਿਹੜੀ ਲਗਾਤਾਰ ਮਤਲਬ ਕਿ ਇੱਕ ਮਾਸਟਰ ਤਾਰਾ ਸਿੰਘ, ਉਸ ਲੈਵਲ ਮਾਸਟਰ ਤਾਰਾ ਸਿੰਘ ਦੀਆਂ ਆਪਣੀਆਂ ਲਿਖਤਾਂ ਨੇ, ਉਹ ਬਕਾਇਦਾ ਇਸ ਗੱਲ ਦਾ ਬੜਾ ਸਪਸ਼ਟ ਦਿਖਦਾ ਰਿਹਾ ਵੀ ਅਸੀਂ ਕਮਿਊਨਿਸਟ ਹੀ ਹਾਂ, ਪਰ ਸਾਡਾ ਧਰਮ ਨਾਲ ਹੈ, ਵੀ ਅਸੀਂ ਜਿਹੜੀ ਸਾਰੀ ਕਮਿਊਨਿਸਟਾਂ ਦੀ ਜਿਹੜੀਆਂ ਗਰੀਬੀ ਦੇ ਵਿਰੁੱਧ, ਬੇਰੁਜ਼ਗਾਰੀ ਦੇ ਵਿਰੁੱਧ ਜਿਹੜੀ ਸਾਰੀ ਲੜਾਈ ਹੈ ਜਾਂ ਗਰੀਬਾਂ ਵਾਸਤੇ ਆ, ਅਸੀਂ ਉਹਦੇ ਨਾਲ ਆ ਉਹਨਾਂ ਦੇ। ਇਹ ਮਾਸਟਰ ਤਾਰਾ ਸਿੰਘ ਦੀਆਂ ਬਹੁਤ ਵਧੀਆ ਲਿਖਤਾਂ ਪਈਆਂ। ਮਾਸਟਰ ਤਾਰਾ ਸਿੰਘ ਆਖਰੀ ਜਿਹੜਾ ਸੀ ਬੌਧਿਕ ਲੀਡਰ ਜਿਹੜਾ ਸਿੱਖ ਪੰਥ ਨੂੰ ਮਿਲਿਆ, ਉਹ ਮਾਸਟਰ ਤਾਰਾ ਸਿੰਘ ਸੀ। ਤੇ ਮਾਸਟਰ ਤਾਰਾ ਸਿੰਘ ਲਗਾਤਾਰ ਆਪਣੀਆਂ ਕਾਰਵਾਈਆਂ ਦੇ ਉੱਤੇ ਲਿਖਦਾ ਰਹਿੰਦਾ ਸੀ। ਉਹ ਪੇਪਰ ਵੀ ਸੰਸਪਾਈ ਕੱਢਦਾ ਰਿਹਾ। ਤੁਸੀਂ ਕਿਰਤੀ ਦਾ ਜ਼ਿਕਰ ਕੀਤਾ ਕਿ ਕਿਰਤੀ ਪੇਪਰ ਦੇ ਉੱਤੇ ਜਦੋਂ ਸੋਹਣ ਸਿੰਘ ਜੋਸ਼ ਨੇ, ਉਹ ਤਾਂ ਬਹੁਤ ਪੁਰਾਣੀਆਂ ਗੱਲਾਂ। ਨਹੀਂ, ਕਿਰਤੀ ਉਹ ਜਿਹੜਾ ਸਾਰਾ ਕੋਈ ਇਤਿਹਾਸ ਲੁਕਿਆ ਰਿਹਾ, ਨਹੀਂ ਨਖੇੜਾ ਕਰ ਲਿਆ ਉਹਨਾਂ ਨੇ। ਕਿਰਤੀ ਤੋਂ ਨਖੇੜਾ ਕਰ ਲਿਆ, ਸਿੱਖ ਧਰਮ ਤੋਂ ਨਖੇੜਾ ਹੋ ਗਿਆ। ਉਹ ਇੱਕ ਲੀਕ ਖਿੱਚੀ ਗਈ ਸਿੱਖਾਂ ਦੇ ਵਿੱਚ ਤੇ ਕਮਿਊਨਿਸਟਾਂ ਦੇ ਵਿੱਚ। ਉਹ ਲੀਕ ਖਿੱਚਣ ਦਾ ਉਹ ਕਿਰਤੀ ਦੇ ਉਹ ਸੋਹਣ ਸਿੰਘ ਜੋਸ਼ ਬਣਿਆ ਜ਼ਿੰਮੇਵਾਰ। ਪਰ ਉਹ ਜਦੋਂ ਇਤਿਹਾਸ ਦੇ ਦੁਆਰਾ ਨਜ਼ਰ ਸਿੱਖ ਵਿਦਵਾਨਾਂ ਨੇ ਮਾਰੀ। ਇੱਕ ਹੋਰ ਵੀ ਜਿਹੜੀ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਤੁਹਾਡੀ ਕਿਤਾਬ ਦਾ, ਜਿਹੜੀ ਤੁਹਾਨੂੰ ਇਹ ਕਿਤਾਬ ਦੇ ਮਤਲਬ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਲਿਖਣ ਦੀ ਪ੍ਰੇਰਨਾ ਮਿਲੀ। ਇਹ ਪ੍ਰੇਰਨਾ ਵੀ ਉਸੇ ਹੀ ਗੱਲ ਚੋਂ ਮਿਲੀ ਵੀ ਪਿੱਛੇ ਇਤਿਹਾਸ ਵੱਲ ਵੇਖੋ। ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਰੋਲ ਹੈ ਉਹ ਹੁਣ ਤੱਕ ਸਾਰਾ ਜਿਹੜਾ ਸੀਗਾ ਉਹ ਇਤਿਹਾਸ ਦੇ ਗਰਤ 'ਚ ਛੁਪਿਆ ਸੀ। ਦੁਬਾਰਾ ਉਹ ਅੱਗੇ ਰਿਵਾਈਵ ਹੋਇਆ, ਅੱਗੇ ਆਇਆ। ਇਸੇ ਤਰ੍ਹਾਂ ਹੀ ਜਿਵੇਂ ਤੁਹਾਨੂੰ ਲੋੜ ਲੱਗੀ ਬਾਬਾ ਬੰਦਾ ਸਿੰਘ ਬਹਾਦਰ ਦੇ ਰੋਲ ਨੂੰ ਪਛਾਣਨ ਦੀ, ਸਿੱਖ ਫਲਸਫੇ ਨੂੰ ਪੰਜਾਬੀ ਕੌਮ ਦੇ ਫਲਸਫੇ ਦੇ ਤੌਰ ਤੇ ਪੇਸ਼ ਕਰਨ ਦੀ, ਜਿਵੇਂ ਇੱਕ ਜਿਹੜੀ ਸਭ ਤੋਂ ਵੱਡੀ ਤੁਹਾਡੀ ਪ੍ਰਾਪਤੀ ਸੀ, ਉਸ ਲੈਵਲ ਤੇ ਹੀ ਸਿੱਖਾਂ ਨੂੰ ਇਹ ਲੋੜ ਲੱਗੀ ਵੀ ਗਦਰੀ ਬਾਬਿਆਂ ਦਾ ਜਿਹੜਾ ਰੋਲ ਹੈ ਉਹਨੂੰ ਵੀ ਪਛਾਣਿਆ ਜਾਏ। ਜਦੋਂ ਉਹਨਾਂ ਨੇ ਰੋਲ ਇਹ ਪਛਾਣਿਆ, ਉਸ ਆ ਜਿਹੜੀ ਸਾਰੀ ਬਹਿਸ ਦਾ ਕਾਰਨ ਉਹਨਾਂ ਦੀ ਇਸ ਰੋਲ ਨੂੰ ਪਛਾਣਨ ਦਾ ਬਹਿਸ ਬਣੀ। ਸੋ ਗੁਰਬਚਨ ਜੀ ਦਾ ਬਹੁਤ ਇੰਟਰਸਟਿੰਗ ਪੁਆਇੰਟ ਇਹੀ ਹੈ ਕਿ ਵੀ ਹੁਣ ਜਿਹੜਾ ਅਸੀਂ ਸਵਾਲ ਉਠਾਇਆ ਸੀ ਕਿ ਹੁਣ ਇੰਨੀ ਦੇਰ ਬਾਅਦ ਆ ਕੇ ਕਿਉਂ ਇਹ ਮਸਲਾ ਉੱਭਰਿਆ। ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਹੁਣ ਕਮਿਊਨਿਸਟ ਬੁੱਧੀਜੀਵੀਆਂ ਨੂੰ, ਕਮਿਊਨਿਸਟ ਖੋਜਕਾਰਾਂ ਨੂੰ
ਇਹ ਦਿਖਣਾ ਸ਼ੁਰੂ ਹੋਇਆ ਕਿ ਜੀ ਬੰਦਾ ਬਹਾਦਰ ਜਾਂ ਸਿੱਖ ਫਲਸਫੇ ਦੇ ਵਿੱਚ ਜਾਂ ਸਿੱਖ ਇਤਿਹਾਸ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਕ੍ਰਾਂਤੀਕਾਰੀ ਹੁੰਦੀਆਂ ਰਹੀਆਂ ਉਹਨਾਂ ਨੂੰ ਠੀਕ ਤਰ੍ਹਾਂ ਨਹੀਂ ਪਛਾਣਿਆ ਗਿਆ, ਇਹਨੂੰ ਪਛਾਣਿਆ ਜਾਏ। ਔਰ ਇਸੇ ਹੀ ਤਰ੍ਹਾਂ ਸਿੱਖ ਬੁੱਧੀਜੀਵੀ ਇਹ ਸਮਝਦੇ ਨੇ ਕਿ ਗਦਰੀ ਬਾਬਿਆਂ ਦਾ ਅਸਲ ਦੇ ਵਿੱਚ ਐਜ਼ ਏ ਸਿੱਖ ਜੋ ਰੋਲ ਸੀ ਉਸ ਨੂੰ ਠੀਕ ਤਰ੍ਹਾਂ ਨਹੀਂ ਪਛਾਣਿਆ ਗਿਆ। ਸੋ ਇਹ ਦੋਹਾਂ ਪਾਸਿਆਂ ਤੋਂ ਇਹਨਾਂ ਦਾ ਇਹ ਦਾਅਵਾ ਹੈ ਕਿ ਇਹ ਰੀਥਿੰਕਿੰਗ ਜਿਹੜੀ ਹੈਗੀ ਆ ਉਹ ਕਮਿਊਨਿਸਟ ਬੁੱਧੀਜੀਵੀਆਂ 'ਚ ਵੀ ਚੱਲ ਪਈ ਹੈਗੀ ਔਰ ਉਹ ਸਿੱਖ ਬੁੱਧੀਜੀਵੀਆਂ 'ਚ ਵੀ ਚੱਲ ਪਈ। ਇਸ ਕਰਕੇ ਉਹਨਾਂ ਵਿਚਾਰਾਂ ਚ ਟਕਰਾਓ ਪੈਦਾ ਹੋਇਆ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਆਪਣਾ ਇੱਕ ਸਮਝਣ ਦਾ ਕੋਣ ਹੈ, ਦ੍ਰਿਸ਼ਟੀਕੋਣ ਹੈ, ਉਹ ਇਹੀ ਹੈ ਕਿ ਹਾਲਾਤ ਇਸ ਤਰ੍ਹਾਂ ਤਬਦੀਲ ਹੋ ਗਏ ਨੇ ਕਿ ਇਹ ਸਿਰਫ ਸਿੱਖ ਬੁੱਧੀਜੀਵੀਆਂ ਵੱਲੋਂ ਹੀ ਨਹੀਂ ਸਗੋਂ ਕਮਿਊਨਿਸਟ ਬੁੱਧੀਜੀਵੀਆਂ ਵੱਲੋਂ ਵੀ ਹੈ ਕਿ ਜਿਹੜੇ ਹੀਰੋ ਹੋਏ ਨੇ ਸਿੱਖ ਫਲਸਫੇ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਨੂੰ ਦੁਬਾਰਾ ਪਛਾਣਿਆ ਜਾਏ। ਔਰ ਇਸੇ ਹੀ ਤਰ੍ਹਾਂ ਜੋ ਕਮਿਊਨਿਸਟਾਂ ਦੇ ਵਿੱਚ ਜਿਨ੍ਹਾਂ ਦਾ ਸਿੱਖ ਬੈਕਗਰਾਊਂਡ ਸੀ ਉਹਨੂੰ। ਸੋ ਇਸ ਕਰਕੇ ਤੁਹਾਡੀ ਬੜੀ ਮਹੱਤਵਪੂਰਨ ਚੀਜ਼ ਹੈ ਜਿਹੜੀ ਅਸੀਂ ਆਉਣ ਵਾਲੇ ਵਿਦਵਾਨਾਂ ਦੇ ਨਾਲ ਵੀ ਸਾਂਝੀ ਕਰਨ ਦਾ ਯਤਨ ਕਰਾਂਗੇ ਕਿ ਉਹ ਕਿਸ ਤਰ੍ਹਾਂ ਇਸ ਗੱਲ ਨੂੰ ਸਮਝਦੇ ਨੇ। ਪਰ ਇੱਕ ਗੱਲ ਮੈਂ ਹੋਰ ਤੁਹਾਡੇ ਕੋਲੋਂ ਇਹ ਜਾਣਨੀ ਚਾਹੁੰਦਾ ਕਿ ਜਿਹੜਾ ਧਰਮ ਦਾ ਰੋਲ ਜਿਹਦੇ ਬਾਰੇ ਤੁਸੀਂ ਜ਼ਿਕਰ ਕਰਨ ਲੱਗੇ ਸੀ ਕਿ ਧਰਮ ਦਾ ਰੋਲ ਪਛਾਣਿਆ ਨਹੀਂ ਗਿਆ ਕਿਉਂਕਿ ਹੁਣ ਤੱਕ, ਔਰ ਸ਼ਾਇਦ ਕਾਰਲ ਮਾਰਕਸ ਨੇ ਵਧੇਰੇ ਗੰਭੀਰਤਾ ਦੇ ਨਾਲ, ਵਧੇਰੇ ਡੂੰਘਾਈ ਦੇ ਨਾਲ ਤੇ ਵਧੇਰੇ ਆਬਜੈਕਟਿਵ ਤਰੀਕੇ ਦੇ ਨਾਲ ਧਰਮ ਦੇ ਰੋਲ ਨੂੰ ਸਮਝਿਆ ਸੀ ਜਿਹੜਾ ਕਿ ਤੁਸੀਂ ਸਮਝਦੇ ਹੋ ਕਿ ਲੈਨਨ ਨੇ ਉਸ ਨੂੰ ਤਿਆਗਿਆ ਬਾਅਦ ਦੇ ਵਿੱਚ। ਤੁਸੀਂ ਕੀ ਕਹਿਣਾ ਚਾਹੁੰਦੇ? ਨਹੀਂ, ਇਹਦੇ ਤੇ ਮੇਰੀ ਬੜੀ ਸਪਸ਼ਟ ਪੋਜੀਸ਼ਨ ਹੈ, ਬੜੀ ਸਪਸ਼ਟ ਮੇਰੀ ਨਹੀਂ, ਮਤਲਬ ਕਿ ਫਲਸਫੇ ਦੇ ਵਿੱਚ ਮਤਲਬ ਕਿ ਲਿਖਤੀ ਪਈ ਹੈ ਧਾਰਨਾਵਾਂ 'ਚ। ਜੇ ਹੁਣ ਮਾਰਕਸ ਤੇ ਐਂਗਲਸ ਦੀਆਂ ਧਰਮ ਬਾਰੇ ਧਾਰਨਾਵਾਂ ਬੜੀਆਂ ਸਪਸ਼ਟ ਨੇ। ਹੁਣ ਉਹ ਸਪਸ਼ਟ ਧਾਰਨਾਵਾਂ ਦੇ ਵਿੱਚ ਇੱਕ ਮੈਂ ਅੱਗੇ ਵੀ ਮਤਲਬ ਜਿਹੜੀ ਮੈਂ ਪਹਿਲੀ ਕਿਤਾਬ ਹੀ ਇਸ ਗੱਲ ਤੇ ਲਿਖੀ ਹੈ ਜਿਹੜੀ ਕੁਦਰਤ ਹਕੀਕਤ ਮੁਖੀ ਕਮਿਊਨਿਸਟ ਸਮਾਜ, ਮੈਂ ਉਹ ਇੱਕ ਐਜ਼ ਏ ਇੱਕ ਕਮਿਊਨਿਸਟ ਮਤਲਬ ਕਿ ਮੈਂ ਜਦੋਂ ਪਿੱਛੇ ਕਮਿਊਨਿਸਟ ਫਲਸਫੇ ਨੂੰ ਲਗਾਤਾਰ ਮਤਲਬ ਕਿ ਦੁਬਾਰਾ ਮਾਰਕਸ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ, ਮਾਰਕਸ ਐਂਗਲ ਨੂੰ, ਤੇ ਮੈਂ ਉੱਥੇ ਹੀ ਇਹ ਵੇਖਿਆ ਵੀ ਮਾਰਕਸ ਨਾ ਤੇ ਧਰਮ ਨਿਰਪੱਖ ਹੈ ਨਾ ਉਹ ਨਾਸਤਕ ਹੈ, ਬਲਕਿ ਉਹ ਬੜੇ ਸਪਸ਼ਟ ਰੂਪ ਦੇ ਵਿੱਚ ਧਰਮ ਨਿਰਪੱਖਤਾ ਦਾ ਤੇ ਨਾਸਤਕਤਾ ਦਾ ਵਿਰੋਧ ਕਰਦਾ। ਔਰ ਉਹਦੀਆਂ ਧਾਰਨਾਵਾਂ ਨੇ, ਉਹਦੀਆਂ ਆਪਣੀਆਂ ਲਿਖਤਾਂ ਨੇ। ਪਰ ਇਹਦੇ ਬਾਵਜੂਦ ਜਿਹੜੀ ਹੁਣ ਆਲਮੀ ਕਮਿਊਨਿਸਟ ਲਹਿਰ ਕਿੱਥੇ ਉਖੜੀ, ਕਿਵੇਂ ਉਹ ਉਹਦੇ ਤੋਂ ਮਤਲਬ ਉਹਨਾਂ ਧਾਰਨਾਵਾਂ ਤੋਂ ਦੂਰ ਗਈ। ਜਦੋਂ ਮੈਂ ਇਹਦਾ ਪਿਛੋਕੜ ਵੇਖਿਆ ਤੇ ਮੈਂ ਵੇਖਿਆ ਵੀ ਜਿਹੜੀਆਂ ਲੈਨਨ ਦੀਆਂ ਧਰਮ ਬਾਰੇ ਧਾਰਨਾਵਾਂ ਨੇ ਉਹ ਬਿਲਕੁਲ ਵੱਖਰੀਆਂ ਨੇ ਉਹਨਾਂ ਤੋਂ। ਲੈਨਨ ਦਾ ਸਾਰੀ ਮਤਲਬ ਉਹ ਜਿਹੜੀਆਂ ਉਹਦੀਆਂ ਸਾਰੀਆਂ ਵਾਲੀਅਮ 'ਚ ਧਾਰਨਾਵਾਂ ਉਹ ਇਸ ਗੱਲ ਤੇ ਮਤਲਬ ਕਿ ਡਟ ਕੇ ਖੜਾ ਹੈ ਵੀ ਅਸੀਂ ਧਰਮ ਦਾ ਵਿਰੋਧ ਕਰਨਾ ਤੇ ਅਸੀਂ ਨਾਸਤਕ ਹਾਂ। ਉਹ ਨਾਸਤਕਤਾ ਉਹਦਾ ਬੇਸ ਹੈ, ਉਹਨੇ ਬਣਾਇਆ ਸਾਰਾ। ਜਿਹੜੀ ਮਾਰਕਸ ਦੇ ਫਲਸਫੇ ਨੂੰ ਲੈਨਨ ਉਸ ਰੂਪ ਦੇ ਵਿੱਚ ਅੱਗੇ ਕੈਰੀ ਨਹੀਂ ਕਰ ਸਕਿਆ, ਇਹ ਮੇਰੀ ਬੜੀ ਸਪਸ਼ਟ ਧਾਰਨਾ। ਔਰ ਇਹਦੇ ਵਾਸਤੇ ਮੇਰੇ ਕੋਲ ਇਹ ਨਹੀਂ ਵੀ ਮੈਂ ਕੋਈ ਮੇਰੀ ਸਬਜੈਕਟਿਵ ਮੇਰੀ ਸੋਚ ਹੈ, ਇਹਦੇ ਵਾਸਤੇ ਮਾਰਕਸ ਐਂਗਲ ਦੀਆਂ ਬਹੁਤ ਸਾਰੀਆਂ ਲਿਖਤਾਂ ਪਈਆਂ ਨੇ ਔਰ ਉਹ ਪੇਸ਼ ਕੀਤੀਆਂ ਜਾ ਸਕਦੀਆਂ ਨੇ। ਸੋ ਗੁਰਬਚਨ ਜੀ ਕਮਿਊਨਿਸਟ ਸਿਧਾਂਤ ਦੇ ਅੰਦਰ ਤੱਕ ਘੁਸ ਕੇ ਗੱਲ ਕਰਨਾ ਚਾਹੁੰਦੇ ਨੇ ਕਿ ਕਾਰਲ ਮਾਰਕਸ ਦੀ ਧਾਰਨਾ ਧਰਮ ਦੇ ਬਾਰੇ 'ਚ ਹੋਰ ਸੀ, ਐਂਗਲਸ ਦੀ ਤੇ ਕਾਰਲ ਮਾਰਕਸ ਦੀ ਹੋਰ ਸੀ, ਲੇਕਿਨ ਲੈਨਨ ਦੀ ਧਾਰਨਾ ਧਰਮ ਦੇ ਬਾਰੇ 'ਚ ਹੋਰ ਸੀ। ਉਹ ਧਰਮ ਨਿਰਪੱਖਤਾ ਤੇ ਜਾਂ ਧਰਮ ਦੇ ਖਿਲਾਫ ਗੱਲ ਕਰਦੇ ਸਨ ਲੈਨਨ, ਤੇ ਮਾਰਕਸ ਤੇ ਐਂਗਲ ਜਿਹੜੇ ਨਾ ਉਹ ਧਰਮ ਨਿਰਪੱਖ ਨਹੀਂ ਸਨ। ਇਹ ਤੁਹਾਡਾ ਦਾਵਾ? ਬਿਲਕੁਲ ਦਾਵਾ ਮੇਰਾ। ਤੁਸੀਂ ਸਮਝਦੇ ਹੋ ਕਿ ਨਹੀਂ, ਉਹ ਤੇ ਜਦੋਂ ਮਾਰਕਸ ਦੀ ਇੱਕ ਬੜੀ ਖੂਬਸੂਰਤ ਮਤਲਬ ਕਿ ਉਦਾਹਰਨ ਹੈ, ਉਹ ਕਹਿੰਦਾ ਵੀ ਜਦੋਂ ਫਿਲਾਸਫੀ ਜਿਹੜੀ ਹੁਣ ਤੱਕ ਧਰਮ ਕੀ ਨੇ, ਧਰਮਾਂ ਦਾ ਪਹਿਲੀ ਗੱਲ ਜਿਹੜੀ ਉਹ ਮਾਰਕਸ ਨੇ ਅੰਡਰਸਟੈਂਡ ਕੀਤੀ ਤੇ ਜਿਹਨੂੰ ਹੀਗਲ ਨੇ ਜਿਹਦੀ ਵਿਆਖਿਆ ਕੀਤੀ, ਉਹ ਵੀ ਸਾਰੇ ਧਰਮ ਇੱਕ ਦੂਜੇ ਦੇ ਵਿਰੋਧ ਵਿੱਚ ਪੈਦਾ ਨਹੀਂ ਹੋਏ। ਪਹਿਲੀ ਗੱਲ, ਸਾਰੇ ਧਰਮ ਇੱਕ ਦੂਜੇ ਦੇ ਪੂਰਕ ਵਜੋਂ ਪੈਦਾ ਹੋਏ ਨੇ। ਫਿਰ ਇੱਕ ਹੋਰ ਬੜੀ ਮਜ਼ੇਦਾਰ ਗੱਲ ਹੈ, ਮਾਰਕਸ ਨੇ ਇਹ ਆਪਣੀ ਭਾਸ਼ਾ 'ਚ ਲਿਖਿਆ, ਉਹ ਜਿਹੜੀ ਜਰਮਨ ਆਈਡੀਓਲੋਜੀ 'ਚ ਉਹਨੇ ਇਹ ਲਿਖਿਆ ਵੀ ਜਿਹੜੀ ਗੱਲ ਬੁੱਧ ਨੂੰ ਉਦੋਂ ਮਤਲਬ ਕਿ ਜਿਹੜੀ ਬੁੱਧ ਦੇ ਦਿਮਾਗ 'ਚ ਆਈ ਸੀ ਉਹ ਅੱਜ ਫਿਲਾਸਫਰ ਦੇ ਭਾਵ ਮੇਰੇ ਦਿਮਾਗ 'ਚ ਆਈ ਹੈ। ਉਹ ਬੁੱਧ ਦੀ ਫਿਲਾਸਫੀ ਨੂੰ ਅੱਗੇ ਲੈ ਕੇ ਮਤਲਬ ਕਿ ਉਹ ਕੈਟਾਗੋਰੀਕਲੀ ਬੜੀ ਸਪਸ਼ਟ ਰੂਪ 'ਚ ਉਹ ਅੱਗੇ ਲੈ ਕੇ ਆ ਰਿਹਾ। ਗੱਲ ਕੀ ਹੈ ਵੀ ਅਸੀਂ ਇਸ ਗੱਲ ਨੂੰ ਗਦਰੀਆਂ ਦੀ ਸਮਝ ਦੇ ਨਾਲ ਜਿਹੜਾ ਨਾ ਜੋੜਨ ਦਾ ਯਤਨ ਕਰ ਰਹੇ ਹਾਂ ਕਿ ਅਗਰ ਕਾਰਲ ਮਾਰਕਸ ਦਾ ਓਵਰਆਲ ਜੇ ਉਹਨੂੰ ਸਿੰਪਲੀਫਾਈ ਕਰਕੇ ਦੇਖਣਾ ਹੋਵੇ ਤਾਂ ਫਿਰ ਪ੍ਰੈਕਟਿਸ ਦੇ ਵਿੱਚ ਗਦਰੀ ਉਸ ਲਹਿਰ ਤੇ ਉਸ ਆਈਡੀਓਲੋਜੀ ਤੇ ਚੱਲ ਰਹੇ ਸਨ। ਹਾਂ, ਜੇ ਮਤਲਬ ਕਿ ਮੇਰੀ ਧਾਰਨਾ ਵੀ ਜੇ ਕਾਰਲ ਮਾਰਕਸ ਵਾਲੀ ਤੇ ਲੈਨਨ ਵਾਲੀ ਤੇ ਨਹੀਂ। ਹਾਂ ਬਿਲਕੁਲ, ਜੇ ਲੈਨਨ ਨੇ ਮਤਲਬ ਕਿ ਉਸ ਧਾਰਨਾ ਤੋਂ ਪਰਾਂ ਪਿੱਛੇ ਨਾ ਗਿਆ ਹੁੰਦਾ ਜਾਂ ਉਹਨੇ ਰੀਅਲ ਮਾਰਕਸਿਜ਼ਮ ਨੂੰ ਫੜਿਆ ਹੁੰਦਾ ਤਾਂ ਅੱਜ ਗਦਰੀ ਬਾਬਿਆਂ ਤੇ ਕਮਿਊਨਿਸਟਾਂ ਦੇ ਵਿੱਚ ਕੋਈ ਵਿਰੋਧ ਨਹੀਂ ਸੀ ਹੋਣਾ। ਬਿਲਕੁਲ ਗਦਰੀ ਬਾਬੇ ਰੀਅਲ ਜਿਹੜੀ ਧਰਮ ਦੀ ਭਾਵਨਾ ਤੇ ਨਾਲ ਮਾਰਕਸ ਦੀ
ਰਾਜਨੀਤੀ ਨੂੰ ਲੈ ਕੇ ਅੱਗੇ ਆ ਰਹੇ ਸਨ ਯਾਰ। ਇਹੀ ਮਤਲਬ ਕਿ ਅੱਜ ਦੀ ਲੋੜ ਹੈ ਸਭ ਤੋਂ ਵੱਡੀ ਗੱਲ। ਭਾਵੇਂ ਮਾਰਕਸ ਉਹਨਾਂ ਨੇ ਪੜ੍ਹਿਆ ਨਹੀਂ ਹੋਇਆ, ਭਾਵੇਂ ਮਾਰਕਸ ਨਹੀਂ ਸੀ ਪੜ੍ਹਿਆ, ਪਰ ਉਹ ਮਾਰਕਸ ਪ੍ਰੈਕਟੀਕਲੀ ਜੋ ਕਰ ਰਹੇ ਸਨ ਤੇ ਮਾਰਕਸ ਦੀ ਰਾਜਨੀਤੀ ਨੂੰ ਲੈ ਕੇ ਅੱਗੇ ਆ ਰਹੇ ਸਨ। ਔਰ ਇਹੀ ਅੱਜ ਦੀ ਲੋੜ ਹੈ। ਅੱਜ ਮਾਰਕਸ ਦੀ ਰਾਜਨੀਤੀ ਤੇ ਧਰਮ ਦੀ ਭਾਵਨਾ ਇਹ ਨਹੀਂ ਅੱਗੇ ਜਿਹੜਾ ਨਾ ਬਿਲਾ ਪਾਰ ਕਰਨਾ। ਔਰ ਜਿਹੜੇ ਗਦਰੀ ਬਾਬਿਆਂ ਦੀ ਮਤਲਬ ਕਿ ਬਹਿਸ ਚੋਂ ਨਿਕਲਦੀ ਗੱਲ। ਗੁਰਬਚਨ ਜੀ ਜਿਹੜੇ ਇਹ ਦਾਅਵਾ ਕਰਦੇ ਨੇ ਸਾਡੇ ਬੁੱਧੀਜੀਵੀ ਖੋਜਕਾਰ, ਉਹਨਾਂ ਦਾ ਇਹ ਦਾਅਵਾ ਹੈ ਕਿ ਜਿਹੜੇ ਬਾਬੇ ਸਨ ਉਹ ਇਸ ਕਰਕੇ ਕਿ ਜਦੋਂ ਹਿੰਦੁਸਤਾਨ ਆਏ ਗਦਰ ਮੂਵਮੈਂਟ ਫੇਲ ਹੋ ਗਈ ਤਾਂ ਫਿਰ ਉੱਥੇ ਹੋਰ ਵੀ ਪਾਰਟੀਆਂ ਸਨ, ਅਕਾਲੀ ਦੀ ਲਹਿਰ ਵੀ ਸੀ, ਕਾਂਗਰਸ ਦੀ ਲਹਿਰ ਵੀ ਸੀ, ਹੋਰ ਵੀ ਅੱਤਵਾਦੀ ਲਹਿਰਾਂ ਵੀ ਸੀਗੀਆਂ, ਲੇਕਿਨ ਉਹਨਾਂ ਨੇ ਕਮਿਊਨਿਸਟਾਂ ਦਾ ਝੰਡਾ ਚੁੱਕਿਆ। ਕਿਉਂਕਿ ਉਹ ਗਾਹ ਵਧੂ ਸਨ, ਉਹ ਕਿਉਂਕਿ ਬਾਹਰੋਂ ਸਾਰਾ ਕੁਝ ਵੇਖ ਕੇ ਆਏ ਸਨ। ਕਿਉਂਕਿ ਉਦੋਂ ਸਿਰਫ ਕਮਿਊਨਿਸਟ ਰਾਜਨੀਤੀ ਜਿਹੜੀ ਸੀ ਉਹੀ ਉਹਨਾਂ ਨੂੰ ਲੱਗਦਾ ਸੀ ਵੀ ਛੁਟਕਾਰਾ ਦਵਾ ਸਕਦੀ ਹੈ, ਅਕਾਲੀ ਰਾਜਨੀਤੀ ਨਹੀਂ ਛੁਟਕਾਰਾ ਦਵਾ ਸਕਦੀ। ਇਹਨੂੰ ਫਿਰ ਉਹਨਾਂ ਵਿਚਾਰਾਂ ਨੂੰ ਬਲ ਨਹੀਂ ਮਿਲਦਾ ਕਿ ਉਹ ਕਮਿਊਨਿਸਟ ਹੀ ਸਨ। ਨਹੀਂ, ਅਸੀਂ ਇੱਥੇ ਤੇ ਇਹ ਬਹਿਸ ਹੀ ਨਹੀਂ ਕਰ ਰਹੇ ਵੀ ਕਮਿਊਨਿਸਟ ਨਹੀਂ ਸਨ। ਅਸੀਂ ਇਹ ਬਹਿਸ ਕਰ ਰਹੇ ਹਾਂ ਵੀ ਉਹ ਸਿੱਖ ਸਨ, ਸਿੱਖ ਵੀ ਸਨ, ਉਹ ਕਮਿਊਨਿਸਟ ਤਾਂ ਸਨ ਨਹੀਂ। ਇਹ ਜਿਹੜੀ ਬਹਿਸ ਨੂੰ ਫਿਰ ਆਪਾਂ ਤਿਲਕਾਵਾਂਗੇ, ਉਹ ਕਮਿਊਨਿਸਟ ਨਹੀਂ ਸਨ, ਇਹ ਬਹਿਸ ਨਹੀਂ ਹੈ। ਇਹ ਬਹਿਸ ਹੈ ਵੀ ਉਹ ਸਿੱਖ ਸਨ, ਸਿੱਖ ਵੀ ਸਨ, ਤੇ ਸਿੱਖ ਵੀ ਸਨ ਤੇ ਸਿੱਖ ਫਲਸਫੇ 'ਚ ਤਾਕਤ ਹੈ ਜਿਹੜੀ ਉਹਨਾਂ ਨੂੰ ਕਮਿਊਨਿਸਟ ਬਣਨ ਲਈ ਪ੍ਰੇਰ ਰਹੀ ਸੀ। ਇਹ ਦੋ ਗੱਲਾਂ ਅਸੀਂ ਇੱਥੇ ਤੱਤ ਰੂਪ 'ਚ ਕਨਕਲੂਡ ਕਰਨੀ ਚਾਹੁੰਦੇ ਹਾਂ। ਤੁਹਾਡੀ ਗੱਲ 'ਚੋਂ ਸਾਫ਼-ਸਾਫ਼ ਇਹ ਮੈਨੂੰ ਸਮਝ ਆਉਂਦੀ ਹੈ ਕਿ ਉਹ ਕਮਿਊਨਿਸਟ ਸਨ ਪਰ ਸਿੱਖ ਸਨ। ਸਿੱਖ ਵੀ ਸਨ, ਸਿੱਖ ਕਮਿਊਨਿਸਟ ਸਨ। ਜੇ ਤੁਸੀਂ ਇਹਨੂੰ ਵਧੀਆ ਭਾਸ਼ਾ 'ਚ ਕਹਿਣਾ ਤਾਂ ਸਿੱਖ ਕਮਿਊਨਿਸਟ ਸਨ। ਉਹ ਸਿੱਖ ਕਮਿਊਨਿਸਟ, ਹਾਂ ਸਿੱਖ ਕਮਿਊਨਿਸਟ ਸਨ, ਲੇਕਿਨ ਉਹ ਪ੍ਰਭਾਵਿਤ ਸਨ ਆਪਣੇ ਸਿੱਖ ਫਲਸਫੇ ਤੋਂ। ਆਹੋ, ਸਿੱਖ ਫਲਸਫੇ ਨੂੰ ਨਾਲ ਲੈ ਕੇ ਆ ਰਹੇ ਸਨ। ਓਕੇ, ਹੁਣ ਅਗਲੀ ਗੱਲ ਇਹ ਆ ਕਿ ਇੱਕ ਵਿਦਵਾਨ ਨੇ ਇੱਥੇ ਇਹ ਗੱਲ ਕਹੀ ਹੈ ਕਿ ਜੇ ਇਹ ਕਮਿਊਨਿਸਟ ਪਾਰਟੀ ਜਾਂ ਕਮਿਊਨਿਸਟ ਲਹਿਰ ਜਿਹੜੀ ਇੱਥੇ ਉੱਠੀ ਪੰਜਾਬ ਦੇ ਵਿੱਚ, ਉਹਦੇ ਲੀਡਰ ਜੇਕਰ ਗਦਰੀ ਬਾਬੇ ਹੁੰਦੇ ਤਾਂ ਫਿਰ ਇੱਥੇ ਲੈਫਟ ਮੂਵਮੈਂਟ ਬੜੀ ਮਜ਼ਬੂਤ ਹੋ ਸਕਦੀ ਸੀ ਹੁਣ ਨਾਲੋਂ, ਜਿਹੜੀ ਕਿ ਹੁਣ ਪਿੱਛੇ ਚੱਲੀ। ਠੀਕ ਹੈ, ਬਿਲਕੁਲ ਠੀਕ। ਤੁਸੀਂ ਕਿਸ ਤਰ੍ਹਾਂ ਸਹਿਮਤ ਹੋ? ਨਹੀਂ, ਮੈਂ ਸਹਿਮਤ ਇਸ ਕਰਕੇ ਆ ਵੀ ਜੇ ਮਤਲਬ ਕਿ ਜੇ ਪਿਛੋਕੜ ਦੇ ਨਾਲ ਆਪਣੇ ਨਾਲ ਜੁੜੇ ਰਹਿਣਾ ਤੇ ਨਵੀਂ ਜਿਹੜੀ ਲੇਟੈਸਟ ਰਾਜਨੀਤੀ ਦੀ ਜਿਹੜੀ ਜਿਸ ਨੂੰ ਆਪਾਂ ਕਹਿੰਦੇ ਆ ਵੀ ਮਨੁੱਖ ਜਾਤੀ ਦੀ ਕਲਿਆਣ ਦੀ ਰਾਜਨੀਤੀ ਸਿਰਫ ਉਹੀ ਦੇ ਸਕਦੀ ਹੈ, ਮੁਕਤੀ ਦਾ ਉਹੀ ਰਾਹ ਹੈ। ਤੇ ਜੇ ਉਹ ਰਾਹ ਤੇ ਤੁਹਾਡਾ ਵਿਰਸਾ ਜੁੜ ਜਾਂਦਾ ਤੇ ਇਦੋਂ ਵੱਡੀ ਹੋਰ ਕਰਾਮਾਤ ਕੀ ਹੋਣੀ ਸੀ? ਕਰਾਮਾਤ ਸੀ ਜੇ ਸਿੱਖ ਬਾਬੇ ਸਿੱਖ ਫਲਸਫੇ ਨੂੰ ਸਮਝਦੇ ਤੇ ਕਮਿਊਨਿਸਟ ਮਤਲਬ ਕਿ ਫਲਸਫੇ ਨਾਲ ਇੱਕ ਸਾਂਝ ਪਾਉਂਦੇ ਚੇਤਨ ਤੌਰ ਤੇ, ਉਹ ਇੱਕ ਕਦੇ ਪੰਜਾਬ ਦੇ ਸਭ ਤੋਂ ਪਹਿਲਾ ਇਨਕਲਾਬ ਪੰਜਾਬ 'ਚ ਹੁੰਦਾ। ਇੱਕ ਤੁਹਾਨੂੰ ਮੈਂ ਹੋਰ ਯਾਦ ਕਰਾਉਣਾ ਚਾਹੁੰਦਾ ਇਤਿਹਾਸਕ ਘਟਨਾ ਜਿਹੜੀ ਕਿ ਇਸ ਨੂੰ ਗੱਲ ਨੂੰ ਐਕਸਪਲੇਨ ਕਰਨ ਦੀ ਜ਼ਰੂਰਤ ਹੈ ਕਿ ਗਦਰੀਆਂ ਨੇ ਬਹੁਤ ਜ਼ੋਰ ਲਾਇਆ, ਜਿਹਨੂੰ ਆਪਾਂ ਪੰਜਾਬੀ 'ਚ ਅੱਡੀ ਚੋਟੀ ਦਾ ਜ਼ੋਰ ਲਾਉਣਾ ਕਹਿੰਦੇ ਹਾਂ, ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਕਮਿਊਨਿਸਟ ਇੰਟਰਨੈਸ਼ਨਲ ਦੇ ਨਾਲ ਜੁੜ ਜਾਣ ਸਿੱਧੇ ਤੌਰ 'ਤੇ, ਔਰ ਇਹਦੇ ਲਈ ਉਹਨਾਂ ਨੇ ਯਤਨ ਵੀ ਕੀਤੇ, ਔਰ ਉਹਦੇ ਲਈ ਉਹਨਾਂ ਨੇ ਇੱਕ ਸਾਂਝੀਵਾਲਤਾ ਨਾਂ ਦੀ ਪਾਰਟੀ ਦਾ ਵੀ ਗਠਨ ਕੀਤਾ ਔਰ ਕੋਸ਼ਿਸ਼ ਕੀਤੀ ਕਿ ਇਹਨੂੰ ਕਮਿਊਨਿਸਟ ਇੰਟਰਨੈਸ਼ਨਲ ਪ੍ਰਵਾਨ ਕਰ ਲਵੇ। ਇਹ ਜਿਹੜਾ ਉਹਨਾਂ ਦਾ ਬਾਰ-ਬਾਰ ਯਤਨ ਕਰਨਾ ਸੀ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਮਾਰਕਸ ਦੇ ਬੇਸਿਕ ਥਿਊਰੀ ਤੋਂ ਉਹ ਪਿੱਛੇ ਚੱਲ ਗਏ ਸਨ ਲੈਨਨ ਦੀ ਅਗਵਾਈ ਦੇ ਵਿੱਚ, ਕੀ ਇਹ ਉਹਨਾਂ ਦੇ ਯਤਨ ਜਾਰੀ ਰੱਖਣੇ ਆ ਜਿਹੜੇ ਉਹ ਘਾਟੇ 'ਚ ਗਏ ਕਿ ਨੁਕਸਾਨ 'ਚ ਗਏ? ਨਹੀਂ, ਘਾਟੇ 'ਚ ਨਹੀਂ ਗਏ, ਯਤਨ ਉਹਨਾਂ ਨੇ ਕਰਦੇ ਰਹੇ, ਅੱਗੋਂ ਉਹਨਾਂ ਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਜਾਂ ਅੱਗੋਂ ਕੋਈ ਉਹਨਾਂ ਨੇ ਹੁੰਗਾਰਾ ਨਹੀਂ ਭਰਿਆ ਤੇ ਇਹਦੇ 'ਚ ਸਾਰੀ ਦੀ ਸਾਰੀ ਕਮਿਊਨਿਸਟ ਲਹਿਰ ਵੀ ਡੁੱਬ ਗਈ ਤੇ ਸਾਡਾ ਆਪਣਾ ਵੀ ਜਿਹੜੀ ਅਗਾਂਹ ਕੌਮ ਨੇ ਜਿਹੜੇ ਅੱਗੇ ਵਧਣਾ ਸੀ, ਪੰਜਾਬੀ ਭਾਈਚਾਰੇ ਨੇ, ਪੰਜਾਬੀ ਸਮਾਜ ਨੇ, ਉਹ ਵੀ ਪਿੱਛੇ ਰਹਿ ਗਿਆ। ਗੱਲ ਤੇ ਇਹ ਜਿਹੜੇ ਇਤਿਹਾਸਕ ਨਿੱਕੀਆਂ ਕਈ ਵਾਰੀ ਗੱਲਾਂ ਹੁੰਦੀਆਂ ਨੇ ਪਰ ਉਹ ਮਨੁੱਖ ਜਾਤੀ ਨੂੰ ਬਹੁਤ ਪਿੱਛੇ ਸੁੱਟ ਦਿੰਦੀਆਂ ਨੇ। ਤੁਹਾਡਾ ਮਤਲਬ ਕਿ ਉਹਨਾਂ ਦੇ ਯਤਨ ਸਾਰਥਕ ਸੀਗੇ, ਉਹਨਾਂ ਨੂੰ ਜੋੜਨਾ ਚਾਹੀਦਾ ਸੀ। ਮੇਰੀ ਆਪਣੀ ਸਮਝ ਇਹ ਹੈ ਵੀ ਜੇ ਲੈਨਨ ਨੇ ਮਾਰਕਸ ਦੇ ਫਿਲਾਸਫੀ ਨੂੰ ਐਜ਼ ਇਟ ਇਜ਼ ਫੜਿਆ ਹੁੰਦਾ ਜਾਂ ਉਹਨੂੰ ਅੰਡਰਸਟੈਂਡ ਕੀਤਾ ਹੁੰਦਾ ਜਾਂ ਉਹਨੂੰ ਸਮਝਿਆ ਹੁੰਦਾ ਜਾਂ ਉਹ ਫਿਲਾਸਫੀ ਨੂੰ ਲੈ ਕੇ ਰੂਸ ਦੇ ਵਿੱਚ ਨਵਾਂ ਸਮਾਜ ਉਸਾਰਨ ਦੀ ਕੋਸ਼ਿਸ਼ ਕਰਦੇ ਤੇ ਆਹ ਦੋ ਸਾਮਰਾਜੀ ਜੰਗਾਂ ਹੀ ਨਹੀਂ ਸੀ ਹੋਣੀਆਂ। ਅੱਜ ਜਿਹੜੀ ਅਸੀਂ ਤਬਾਹੀ ਵੇਖ ਰਹੇ ਹਾਂ, ਤਬਾਹੀ ਨਹੀਂ ਸੀ ਹੋਣੀ। ਮਨੁੱਖ ਜਾਤੀ ਨੇ ਇੱਕ ਨਵੇਂ ਰਾਹ ਤੇ ਜਿਹੜਾ ਮਾਰਕਸ ਤੇ ਐਂਗਲਸ ਨੇ ਆਪਣੇ ਅਨੁਭਵਾਂ 'ਚ ਮਤਲਬ ਕਿ ਕਿਆਸਿਆ ਸੀ, ਉਹ ਨਵੇਂ ਰਾਹ ਤੇ ਚੱਲ ਪੈਣਾ ਸੀ ਸਾਰੀ ਮਨੁੱਖ ਜਾਤੀ ਨੇ। ਪਰ ਉਹ ਮਨੁੱਖ ਜਾਤੀ ਜੇ ਨਹੀਂ ਨਵੇਂ ਰਾਹ ਤੇ ਚੱਲ ਸਕੀ ਤੇ ਇਹਦੇ ਵਿੱਚ ਮਤਲਬ ਕਿ ਇਹ ਨਹੀਂ ਹੈ ਮਤਲਬ ਕਿ ਇਤਿਹਾਸ ਦੇ ਵਿੱਚ ਬੜਾ ਕੁਝ ਵਾਪਰਦਾ ਜਿਹੜਾ ਨਿੱਕੀ ਜਿਹੀ ਘਟਨਾ ਵੀ ਜਿਹੜੀ ਤੁਹਾਡੀ ਹੁੰਦੀ ਹੈ, ਵੱਡੇ ਬੰਦਿਆਂ ਦੀ ਛੋਟੀ ਜਿਹੀ ਗਲਤੀ ਜਿਹੜੀ ਹੈ ਉਹ ਮਨੁੱਖ ਜਾਤੀ ਨੂੰ ਉਹਦਾ ਬੜਾ ਖਮਿਆਜਾ ਵੱਡਾ ਭੁਗਤਣਾ ਪੈਂਦਾ, ਇਹ ਹੁੰਦਾ ਹੀ ਆ। ਇਹਦੇ 'ਤੇ ਕੋਈ ਕਿਉਂਕਿ ਘਟਨਾਵਾਂ ਜਿਹੜੀਆਂ ਇਤਿਹਾਸ ਦੀਆਂ ਵਾਪਰ ਜਾਂਦੀਆਂ ਨੇ ਉਹਨੂੰ ਤੁਸੀਂ ਕਿਸੇ ਚੌਕਟੇ 'ਚ ਫਿੱਟ ਕਰਕੇ ਇੱਦਾਂ ਨਹੀਂ ਕੱਢ ਸਕਦੇ ਹੋ। ਉਹਦੇ ਵਾਪਰਦੀਆਂ ਤੁਸੀਂ ਬਾਅਦ 'ਚ ਉਹਦਾ ਨਾਲ ਦਾ ਵਿਸ਼ਲੇਸ਼ਣ ਹੀ ਕਰ ਸਕਦੇ ਹੋ, ਪੜਚੋਲ ਹੀ ਕਰ ਸਕਦੇ ਹੋ ਬਸ। ਹੁਣ ਗੁਰਬਚਨ ਜੀ ਤੁਹਾਡੀ ਇਹ ਗੱਲ ਜਿਹੜੀ ਮੈਨੂੰ ਸਮਝ ਪੈਂਦੀ ਆ, ਲੇਕਿਨ ਉਹਦੇ 'ਚ ਸਵਾਲ ਇੱਕ ਫੇਰ ਪੈਦਾ ਇਹ ਹੁੰਦਾ ਹੈ
ਕਿ ਜੇ ਇਹ ਇੱਕ ਤੁਹਾਨੂੰ ਬੇਲੋੜੀ ਬਹਿਸ ਲੱਗ ਰਹੀ ਹੈ ਤੇ ਇਹਦੇ ਵਿੱਚ ਐਡੇ ਵੱਡੇ ਵੱਡੇ ਇਤਿਹਾਸਕਾਰ ਖੋਜਕਾਰ ਰੁੱਝੇ ਹੋਏ ਨੇ ਕਿ ਆਪਣਾ ਆਪਣਾ ਨੁਕਤਾ ਜਿਹੜਾ ਨਾ ਸਾਬਤ ਕੀਤਾ ਜਾਏ, ਉਹ ਕਿਉਂ ਪੈਦਾ ਹੋਈ? ਨਹੀਂ, ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਗੱਲ ਅਸਲ 'ਚ ਇਹੀ ਹੈ। ਇੱਕ ਦੋ ਗੱਲਾਂ ਨੇ। ਇੱਕ ਭਾਵੇਂ ਉਹ ਬਹੁਤ ਛੋਟੀ ਧਿਰ ਹੈ, ਇੱਕ ਕਮਿਊਨਿਸਟਾਂ ਦੀ ਸੁਹਿਰਦ ਧਿਰ ਵੀ ਇਸ ਗੱਲ ਤੇ ਸੋਚਣ ਰਹੀ ਹੈ, ਮਤਲਬ ਕਿ ਵੀ ਸਾਨੂੰ ਦੇਖੋ ਨਾ, ਇੱਕ ਆਲਮੀ ਕਮਿਊਨਿਸਟ ਲਹਿਰ ਹੁਣ 100 ਸਾਲ ਦਾ ਇੱਕ ਤਜਰਬਾ ਹੰਢਾ ਕੇ ਆਈ ਹੈ। 100 ਸਾਲ ਦੇ ਤਜਰਬੇ ਦੇ ਵਿੱਚ ਲੱਖਾਂ ਨਹੀਂ ਕਰੋੜਾਂ ਕਿਰਤੀਆਂ ਨੇ ਕੁਰਬਾਨੀ ਕੀਤੀ ਹੈ। ਉਹਨਾਂ ਨੇ ਆਪਣੀ ਜਾਨਾਂ ਤੱਕ ਵਾਰੀਆਂ ਨੇ। ਔਰ ਜਿਵੇਂ ਕਿ ਅਰੁੰਧਤੀ ਰਾਏ ਨੇ ਲਿਖਿਆ ਹੀ ਹੈ ਵੀ ਉਹ ਐਡੇ ਵੱਡੇ ਕੁਰਬਾਨੀਆਂ ਤੋਂ ਬਾਅਦ ਹੁਣ ਪਿੜ ਪਲੇ ਕੱਖ ਵੀ ਨਹੀਂ। ਜੇ ਆਪਾਂ ਵੇਖਦੇ ਹਾਂ, ਨਾ ਚੀਨ ਸਮਾਜਵਾਦੀ ਹੈ, ਨਾ ਰੂਸ ਸਮਾਜਵਾਦੀ ਹੈ। ਤੇ ਜੇ ਹੁਣ ਕੋਈ ਦੇਸ਼ ਸਮਾਜਵਾਦੀ ਨਹੀਂ, ਤੇ ਜਿਹੜੇ ਰੀਅਲ ਕਮਿਊਨਿਸਟ ਨੇ, ਜਿਹੜੇ ਸੱਚੀ ਮੁੱਚੀ ਮਤਲਬ ਕਿ ਇਸ ਗੱਲ ਤੇ ਭਾਵਨਾ ਰੱਖਦੇ ਨੇ, ਉਹ ਵੀ ਧਿਰ ਸੋਚ ਰਹੀ ਹੈ। ਤੇ ਜਿਹੜੇ ਧਰਮਾਂ ਦੇ ਲੋਕ ਨੇ ਜਿੱਥੇ, ਕਿਉਂਕਿ ਇਸ ਵਕਤ ਸਾਮਰਾਜ ਜਿਸ ਕਿਸਮ ਦੀ ਵਹਿਸ਼ਤ ਦਾ ਰੂਪ ਲੈ ਲਿਆ ਉਹਨੇ, ਸਾਮਰਾਜ ਨੇ, ਉਸ ਕਿਸਮ ਦੀ ਵਹਿਸ਼ਤ ਮਨੁੱਖ ਜਾਤੀ ਨੇ ਅੱਜ ਤੱਕ ਨਹੀਂ ਹੰਢਾਈ। ਮੇਰਾ ਆਪਣਾ ਮਤਲਬ ਕਿ ਮੰਨਣਾ ਹੈ, ਔਰ ਇਹ ਸੱਚ ਹੈ। ਇਸ ਵਹਿਸ਼ਤ ਦੇ ਵਿੱਚ ਹੁਣ ਸਾਮਰਾਜ ਦਾ ਹਰ ਧਰਮ ਨਾਲ ਵਿਰੋਧ ਆ ਰਿਹਾ। ਅੱਜ ਦੀ ਹਾਲਤ ਦੇ ਵਿੱਚ ਜਿਹੜਾ ਸਾਰੇ ਧਰਮਾਂ ਦਾ ਰੋਲ ਹੈ ਉਹ ਹਾਂ ਪੱਖੀ ਹੈ। ਔਰ ਜਿੰਨਾ ਚਿਰ ਕਮਿਊਨਿਸਟ ਜਦੋਂ ਜੇ ਉਹਨਾਂ ਨੇ ਰੀਅਲ ਸਾਮਰਾਜ ਦਾ ਟਾਕਰਾ ਕਰਨਾ, ਸਾਮਰਾਜ ਆਪਣੀਆਂ ਕਮਜ਼ੋਰੀਆਂ ਦੇ ਮਤਲਬ ਕਿ ਅੰਦਰ ਬਹੁਤ ਵੱਡੇ ਸੰਕਟ 'ਚ ਹੈ। ਇਹ ਹਰ ਕੋਈ ਨੂੰ ਦੱਸਦਾ, ਇਹ ਕੋਈ ਮੇਰੀ ਗੱਲ ਨਹੀਂ, ਸਭ ਨੂੰ ਦੱਸਦਾ। ਪਰ ਉਸ ਸੰਕਟ ਦੇ ਬਾਵਜੂਦ ਉਸ ਨੂੰ ਕੋਈ ਅੱਗੋਂ ਵੱਡੀ ਚੁਣੌਤੀ ਨਹੀਂ ਮਿਲ ਰਹੀ। ਜੇ ਚੁਣੌਤੀ ਨਹੀਂ ਮਿਲ ਰਹੀ ਤੇ ਇਹਦਾ ਕਾਰਨ ਇਹੋ ਹੀ ਹੈ ਵੀ ਚੁਣੌਤੀ ਤੇ ਤਾਂ ਹੀ ਮਿਲੇ ਜੇ ਦਿਸੇ ਵੀ ਇਹਦਾ ਕੋਈ ਹੱਲ ਹੈ। ਆਹ ਬਦਲਵਾਂ ਮਾਡਲ ਹੈ ਸਾਡੇ ਕੋਲ, ਤੇ ਬਦਲਵਾਂ ਮਾਡਲ ਜਿਹੜਾ ਬਦਲਵਾਂ ਵਿਕਾਸ ਦਾ ਰਾਹ ਜਿਹੜਾ ਅੱਜ ਤੱਕ ਆਪਣੇ ਆਪਣੇ ਪੱਧਰ ਤੇ ਉਹ ਵਾਤਾਵਰਨ ਵਾਲੇ ਲੱਗੇ ਹੋਏ ਨੇ, ਜਿਹੜੇ ਕੋਈ ਦੂਜੇ ਸੱਭਿਆਚਾਰਕ ਪੈਮਾਨੇ 'ਚ ਲੜ ਰਹੇ ਨੇ ਉਹ ਲੱਗੇ ਹੋਏ ਨੇ, ਜਾਂ ਜਿਹੜੇ ਮਤਲਬ ਕਿ ਜਿਹੜੀਆਂ ਬਿਮਾਰੀਆਂ ਦੀ ਪੱਧਰ ਤੇ ਜਿਹੜਾ ਸਾਮਰਾਜ ਜੋ ਫੈਲਾ ਰਿਹਾ ਅਨਾਰਕੀ ਉਸ ਕਿਸਮ ਦੀ। ਪਰ ਇਹਦੇ ਬਾਵਜੂਦ ਇੱਕ ਵਧਵੀਂ ਜਿਹੜੀ ਯੁੱਧ ਨੀਤੀ ਜਿਹਨੂੰ ਆਪਾਂ ਕਹਿੰਦੇ ਆ ਵਧਵੀਂ, ਉਹ ਨਹੀਂ ਨਿਕਲ ਰਹੀ। ਤੁਸੀਂ ਗੁਰਬਚਨ ਜੀ ਇਹ ਦੱਸੋ ਕਿ ਤੁਹਾਡੀ ਇਸ ਵਿਆਖਿਆ ਚੋਂ ਇਹ ਸਪਸ਼ਟ ਹੁੰਦਾ ਕਿ ਧਰਮ ਆ ਜਿਹੜੇ ਦੁਨੀਆ ਦੇ ਵਿੱਚ ਜਿਹੜੇ ਜਿੰਨੇ ਵੀ ਐਗਜ਼ਿਸਟ ਕਰਦੇ ਉਹਨਾਂ ਦੀ ਸਾਮਰਾਜ ਦੇ ਨਾਲ ਟੱਕਰ ਲੱਗੀ ਹੋਈ। ਬਿਲਕੁਲ ਟੱਕਰ ਲੱਗੀ। ਤੇ ਕਮਿਊਨਿਸਟਾਂ ਦੀ ਵੀ ਸਾਮਰਾਜ ਨਾਲ ਟੱਕਰ ਲੱਗੀ ਹੋਈ ਹੈ। ਹਾਂ, ਟੱਕਰ। ਤੁਸੀਂ ਉਹ ਸਮਝਦੇ ਕਿ ਉਹ ਧਰਮ ਦੇ ਨਾਲ ਧਰਮ ਦੀ ਭੂਮਿਕਾ ਨੂੰ ਪਛਾਣਨ ਤੇ ਆਪਣਾ ਰਵੱਈਆ ਧਰਮ ਪ੍ਰਤੀ ਚੇਂਜ ਕਰਨ? ਬਿਲਕੁਲ ਬਦਲਣ ਨੂੰ ਮਿਲਦਾ ਵੀ ਜੇ ਨਹੀਂ ਬਦਲਦਾ ਤੇ ਉਹ ਆਪਣਾ ਰੋਲ ਪਛਾਣ ਹੀ ਨਹੀਂ ਸਕਦੇ। ਹੁਣ ਦੇਖੋ ਨਾ ਤੁਸੀਂ ਆਪਣੇ ਸਾਰੇ ਕਮਿਊਨਿਸਟ ਜਿਹੜੀ ਜੋ ਰੁਝਾਨ ਅੱਗੇ ਆਉਂਦਾ ਉਹਨੂੰ ਮਤਲਬ ਕਿ ਜਦੋਂ ਉਹਨਾਂ ਨੂੰ ਲੱਗਦਾ ਨਾ ਵੀ ਆਹ ਥੋੜੀ ਜਿਹੀ ਗੱਲ ਠੀਕ ਹੈ। ਹੁਣ ਹੀਗੋ ਚਾਵੇਜ਼ ਦਾ ਸਾਰਾ ਲਤੀਨੀ ਅਮਰੀਕਾ ਦਾ ਤਜਰਬਾ, ਉਹ ਸਾਰਾ ਲਿਬਰੇਸ਼ਨ ਥਿਓਲੋਜੀ ਦੇ ਮਤਲਬ ਖੜਾ। ਉਹ ਸ਼ਰੇਆਮ ਹੀ ਕਹਿੰਦਾ ਰਿਹਾ ਹੀਗੋ ਚਾਵੇਜ਼ ਕਿ ਅਸੀਂ ਕ੍ਰਿਸਚੀਅਨ ਮਾਰਕਸਿਸਟ, ਅਸੀਂ ਕ੍ਰਿਸਚੈਨਿਟੀ ਨੂੰ ਨਾਲ ਲੈ ਕੇ ਚੱਲ ਰਹੇ ਹਾਂ। ਹੁਣ ਜਦੋਂ ਉਹ ਕ੍ਰਿਸਚੈਨਿਟੀ ਨੂੰ ਨਾਲ ਲੈ ਕੇ ਚੱਲ ਰਹੇ ਨੇ, ਇਹਨੂੰ ਜਿਹੜਾ ਲਿਬਰੇਸ਼ਨ ਥਿਓਲੋਜੀ ਨੂੰ ਜਿਹਨੂੰ ਸਮਝਣ ਦੀ ਬਜਾਏ ਕਮਿਊਨਿਸਟਾਂ ਨੇ ਹੀਗੋ ਚਾਵੇਜ਼ ਦਾ ਸਾਮਰਾਜ ਵਿਰੋਧੀ ਰੋਲ ਤੇ ਉਹਨਾਂ ਨੇ ਮਤਲਬ ਕਿ ਬੁਲੰਦ ਕੀਤਾ, ਉਹਨੂੰ ਮਤਲਬ ਕਿ ਇਹਨਾਂ ਨੂੰ ਚੰਗਾ ਲੱਗਾ। ਪਰ ਜਿਹੜਾ ਉਹਦਾ ਈਸਾਈ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਬੁਲੰਦ ਕਰਨ ਦੀ ਗੱਲ ਹੈ ਮਾਰਕਸਵਾਦ ਵਿੱਚ, ਉਹਦੇ ਬਾਰੇ ਕੋਈ ਗੱਲ ਹੀ ਨਹੀਂ ਕੀਤੀ, ਉਹਦੇ ਬਾਰੇ ਕੋਈ ਚਰਚਾ ਨਹੀਂ ਕਰਦੇ। ਜੇ ਉਹ ਕ੍ਰਿਸਚੈਨਿਟੀ ਠੀਕ ਹੈ ਤੇ ਇਸਲਾਮ ਦਾ ਕਿਵੇਂ ਗਲਤ ਹੈ, ਤੇ ਸਿੱਖਾਂ ਦਾ ਕਿਵੇਂ ਗਲਤ ਹੈ, ਤੇ ਬੁੱਧ ਧਰਮ ਦਾ ਜਿਹੜਾ ਸਾਰਾ ਜਿੱਥੋਂ ਮਾਰਕਸ ਕਹਿੰਦਾ ਮੈਂ ਇੱਥੋਂ ਤੁਰਨਾ ਉਹ ਕਿਵੇਂ ਗਲਤ ਹੈ। ਜਿਹੜਾ ਸਾਰਾ ਰੂਲ ਹੈ ਬੁੱਧ ਧਰਮ ਦਾ, ਹੁਣ ਜਿਹੜੇ ਸਾਰੇ ਬਹਿਸ ਚਲਾਈ ਜਾਂਦੇ ਨੇ ਬੁੱਧ ਧਰਮ ਬਾਰੇ, ਕੋਈ ਨਹੀਂ ਗੱਲ ਮਤਲਬ ਕਰਦਾ ਵੀ ਸਭ ਤੋਂ ਪਹਿਲਾਂ ਬੁੱਧ ਭੌਤਿਕਵਾਦੀ ਹੈ, ਜਿਹਨੇ ਸਿਰਫ ਮਤਲਬ ਸਾਰੇ ਕੁਛ ਨੂੰ ਜਿਹੜਾ ਕਾਲਪਨਿਕ ਹੈ ਉਹਨੂੰ ਰੱਦ ਕਰਤਾ, ਤੇ ਉਹਨੇ ਕਿਹਾ ਵੀ ਜੋ ਦਿਸਦਾ ਤੇ ਜੋ ਅਨੁਭਵ ਹੁੰਦਾ ਇਹ ਸੱਚ। ਤੁਹਾਡੀ ਪਹਿਲੀ ਗੱਲ ਤੇ ਆਉਂਦੇ ਆ ਕਿ ਇੱਕ ਪੋਲੀਟੀਕਲ ਬੈਟਲ ਹੈ, ਇੱਕ ਵਿਚਾਰਧਾਰਾ ਹੈ। ਹੁਣ ਵਿਚਾਰਧਾਰਕ ਤੌਰ ਦੇ ਉੱਤੇ ਜਿਹੜੇ ਰਿਲੀਜਨ ਹੈਗੇ ਆ ਉਹਨਾਂ ਦਾ ਆਪਣਾ ਐਟੀਟਿਊਡ ਹੈਗਾ, ਜਿਹੜੇ ਕਿ ਸਾਰਿਆਂ ਨੂੰ ਅਸੀਂ ਪਦਾਰਥਵਾਦੀ ਨਹੀਂ ਕਹਿ ਸਕਦੇ, ਲੇਕਿਨ ਪੋਲੀਟੀਕਲੀ ਉਹ ਸਾਮਰਾਜ ਦੇ ਖਿਲਾਫ ਲੜ ਰਹੇ। ਤੁਸੀਂ ਉਹ ਇਹ ਚਾਹੁੰਦੇ ਹੋ ਕਿ ਜਿਹੜੀ ਪੋਲੀਟੀਕਲ ਬੈਟਲ ਹੈ ਪ੍ਰੋਗਰੈਸਿਵ ਫੋਰਸਿਸ ਦੀ ਸੰਸਾਰ ਦੇ ਵਿੱਚ, ਉਹਨਾਂ ਨੂੰ ਤੇ ਰਿਲੀਜਨ ਨੂੰ ਕੰਪਰੋਮਾਈਜ਼ ਕਰ ਲੈਣਾ ਚਾਹੀਦਾ? ਨਹੀਂ, ਕੰਪਰੋਮਾਈਜ਼ ਨਹੀਂ ਕਰ ਲੈਣਾ ਚਾਹੀਦਾ। ਮੈਂ ਪਹਿਲਾਂ ਇਹ ਗੱਲ ਕਰਕੇ ਹਟਿਆ ਵੀ ਸਾਰੇ ਧਰਮ ਇੱਕ ਦੂਜੇ ਦੇ ਵਿਰੋਧ 'ਚ ਨਹੀਂ, ਟਕਰਾਅ 'ਚ ਨਹੀਂ ਪੈਦਾ ਹੋਏ, ਇੱਕ ਦੂਜੇ ਦੇ ਪੂਰਕ 'ਚੋਂ ਪੈਦਾ ਹੋਏ ਨੇ। ਇੱਕ ਦੂਜੇ ਦੇ ਪੂਰਕ ਮਤਲਬ ਕਿ ਬੜੀ ਉਹ ਮਾਰਕਸ ਤੇ ਐਂਗਲਸ ਨੇ ਇੱਕ ਗੱਲ ਘੱਟੋ ਘੱਟ 100 ਵਾਰੀ ਦੁਹਰਾਈ ਹੈ, ਕਰਕਸ ਆਫ ਥਿਓਲੋਜੀ ਐਂਥਰੋਪੋਲੋਜੀ। ਇੱਕ ਸਿੰਪਲ ਲਾਈਨ ਹੀ ਉਹਨਾਂ ਦੀ ਹੈ, ਕਰਕਸ ਆਫ ਥਿਓਲੋਜੀ ਐਂਥਰੋਪੋਲੋਜੀ।
ਐਂਥਰੋਪੋਲੋਜੀ ਕੀ ਹੈ? ਪਰਉਪਕਾਰ, ਮਨੁੱਖੀ ਸੇਵਾ। ਤੇ ਉਹ ਮਤਲਬ ਕਿ ਜਿਹੜੀ ਜੇ ਥਿਓਲੋਜੀ ਦਾ ਧਾਰਮਿਕਤਾ ਦਾ ਕਰਕਸ ਐਂਥਰੋਪੋਲੋਜੀ ਹੈ, ਤੇ ਉਹ ਐਂਥਰੋਪੋਲੋਜੀ ਉਹ ਕਹਿੰਦੇ ਨੇ ਵੀ ਜਿਹਦੀ ਕਮਿਊਨਿਸਟਾਂ ਤੇ ਆ ਕੇ ਉਹ ਕੰਪਲੀਟ ਹੋ ਗਈ। ਐਂਥਰੋਪੋਲੋਜੀ ਹੈ ਉਹ ਪਰਉਪਕਾਰ, ਮਤਲਬ ਕਿ ਮਨੁੱਖ ਜਾਤੀ ਦੀ ਸੇਵਾ, ਇਹੀ ਹੈ ਸਾਰੀ ਦੀ ਸਾਰੀ ਜਿਹੜੀ ਕਰਕਸ ਹੈ ਉਹਦਾ। ਤੇ ਜੇ ਕਰਕਸ ਇਹ ਹੈ ਤੇ ਸਾਰੇ ਧਰਮਾਂ ਦੇ ਵਿੱਚ ਇਹ ਕਰਕਸ ਹੈਗਾ। ਆਖਰੀ ਗੁਰਬਚਨ ਜੀ, ਆਖਰੀ ਸਵਾਲ ਇਹ ਹੈ ਕਿ ਕੀ ਹੁਣ ਇਹ ਕਹਿਣਾ ਚਾਹੁੰਦੇ ਹਾਂ ਆਪਾਂ ਤੁਹਾਡੀ ਪਿਛਲੀ ਸਾਰੀ ਗੱਲ ਦੇ ਵਿੱਚੋਂ ਕਿ ਪੋਲੀਟੀਕਲੀ ਤਾਂ ਬਾਬੇ ਕਮਿਊਨਿਸਟ ਸਨ ਪਰ ਵਿਚਾਰਧਾਰਕ ਤੌਰ ਤੇ ਉਹ ਸਿੱਖ ਸਨ? ਨਹੀਂ, ਤੁਸੀਂ ਵਿਚਾਰਧਾਰਕ ਤੌਰ ਤੇ ਮੈਨੂੰ ਇਹ ਲੱਗਦਾ ਵੀ ਐਵੇਂ ਨਾ ਇੱਕ ਵਿਚਾਰਧਾਰਾ ਫਿਲਾਸਫੀ ਤੋਂ ਵੱਖਰੀ ਨਹੀਂ ਹੁੰਦੀ। ਹਰ ਬੰਦੇ ਦੀ ਇੱਕ ਫਿਲਾਸਫੀ ਹੈ, ਫਿਲਾਸਫੀ ਚੋਂ ਵਿਚਾਰਧਾਰਾ ਡਿਵੈਲਪ ਹੁੰਦੀ ਹੈ। ਹੁਣ ਜਿਹੜੀ ਸਾਰੀ ਦੀ ਸਾਰੀ ਆਪਾਂ ਹੁਣ ਤੱਕ ਇਹ ਕਹਿੰਦੇ ਰਹੇ ਦੇयर इज नो ਰੈਵੋਲੂਸ਼ਨ ਵਿਦਆਊਟ ਥਿਊਰੀ, ਪਰ ਥਿਊਰੀ ਕਿੱਥੋਂ ਤੁਰਨੀ ਹੈ? ਥਿਊਰੀ ਫਿਲਾਸਫੀ ਤੋਂ ਤੁਰਨੀ ਹੈ। ਮਾਰਕਸ ਦੀ ਬੜੀ ਸਪਸ਼ਟ ਧਾਰਨਾ ਹੈ ਵੀ ਜਿੰਨਾ ਚਿਰ ਪ੍ਰੋਲੇਤਾਰੀ ਜਮਾਤ ਫਿਲਾਸਫੀ ਦੇ ਨਾਲ ਇੱਕਮਿਕ ਨਹੀਂ ਹੁੰਦੀ ਉਹ ਇਨਕਲਾਬ ਨਹੀਂ ਕਰ ਸਕਦੀ, ਤੇ ਜਿੰਨਾ ਚਿਰ ਫਿਲਾਸਫੀ ਨੂੰ ਅਮਲੀ ਰੂਪ ਵਿੱਚ ਲਾਗੂ ਨਹੀਂ ਕਰਦੀ ਪ੍ਰੋਲੇਤਾਰੀ ਜਮਾਤ ਖਤਮ ਨਹੀਂ ਹੋ ਸਕਦੀ। ਤੇ ਜੇ ਪ੍ਰੋਲੇਤਾਰੀ ਕਿਰਤੀ ਨਹੀਂ ਪਰ ਗੁਰੂ ਜੀ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਕਮਿਊਨਿਸਟ ਫਿਲਾਸਫੀ ਤੇ ਸਿੱਖ ਫਿਲਾਸਫੀ ਇੱਕੋ ਹੀ ਨੇ। ਇਹੀ ਤੇ ਇੱਕ ਫਿਰ ਬੜੀ ਆਪਾਂ ਗਲਤ ਮਤਲਬ ਕਿ ਵਿਆਖਿਆ ਕਰਦੇ ਆ ਰਹੇ ਹਾਂ ਨਾ। ਮੈਂ ਇਹੋ ਤੇ ਕਹਿਣਾ ਵੀ ਜਿਹੜੀ ਫਿਲਾਸਫੀ ਹੈ, ਫਿਲਾਸਫੀ ਮਤਲਬ ਕਿ ਬੁੱਧ ਮਾਰਕਸ ਦੀ ਫਿਲਾਸਫੀ ਦੇ ਵਿੱਚ ਈਸਾਈ ਧਰਮ ਦੀ ਫਿਲਾਸਫੀ ਜਿਹੜੀ ਕੁਦਰਤ ਨਾਲ ਸੰਬੰਧਿਤ ਹੈ, ਇਸਲਾਮ ਦੇ ਵਿੱਚ ਜਿਹੜੀ ਕੁਦਰਤ ਨਾਲ ਸੰਬੰਧਿਤ ਫਿਲਾਸਫੀ, ਸਿੱਖ ਧਰਮ ਦੇ ਵਿੱਚ ਜਿਹੜੀ ਕੁਦਰਤ ਨਾਲ ਸੰਬੰਧਿਤ ਫਿਲਾਸਫੀ, ਜਿਹੜੀ ਸਿੱਖ ਧਰਮ ਨੇ ਆਪਣੇ ਤੋਂ ਪਹਿਲੀ ਸਾਰੀ ਦੀ ਸਾਰੀ ਜਿਹੜੀ ਉਹ ਲੈ ਕੇ ਆਪਣੀ ਵੈਦਿਕਤਾ ਤੋਂ ਬੁੱਧ ਧਰਮ ਤੋਂ ਜਿਹੜੀ ਸਾਰੀ ਕੁਦਰਤ ਨਾਲ ਸੰਬੰਧਿਤ ਫਿਲਾਸਫੀ ਹੈ, ਉਹ ਫਿਲਾਸਫੀ ਮਾਰਕਸਵਾਦ ਦੇ ਵਿੱਚ ਇਨਕਲੂਡਿੰਗ ਹੈ। ਉਹ ਫਿਲਾਸਫੀ ਕੋਈ ਬਾਹਰ ਨਹੀਂ ਹੈ। ਹੁਣ ਇੱਕ ਧਰਮਾਂ ਬਾਰੇ ਆ, ਚਲੋ ਆਪਣਾ ਬਹਿਸ ਬਾਹਰ ਫਿਰ ਲੈ ਜਾਾਂਗੇ, ਇਹ ਫਿਰ ਕਿਤੇ ਕਰ ਲਾਂਗੇ। ਪਰ ਜਿਹੜੀ ਮੈਨੂੰ ਇਹ ਹੈ ਨਾ ਵੀ ਜਿਹੜੀ ਸਿੱਖ ਫਿਲਾਸਫੀ ਗਦਰੀ ਬਾਬਿਆਂ ਦੀ ਸੀ, ਉਹ ਫਿਲਾਸਫੀ ਨੂੰ ਤਾਂ ਹੀ ਉਹ ਬੁਲੰਦ ਕਰ ਸਕੇ, ਉਹ ਮਾਰਕਸਵਾਦ ਦੀ ਫਿਲਾਸਫੀ ਦੇ ਵਿਰੋਧ 'ਚ ਨਹੀਂ ਹੈ। ਹੁਣ 2 ਸੈਂਟੈਂਸਾਂ ਦੇ ਵਿੱਚ ਆਪਾਂ ਇਸ ਗੱਲ ਨੂੰ ਕਨਕਲੂਡ ਕਰੀਏ, ਕਿਉਂਕਿ ਸਾਡੇ ਦਰਸ਼ਕ ਜਿਹੜੇ ਨਾ ਉਹ ਜ਼ਰੂਰ ਜਾਣਨਾ ਚਾਹਣਗੇ ਕਿ ਤੁਸੀਂ ਫਿਰ ਕਿਸ ਤਰ੍ਹਾਂ ਕਨਕਲੂਡ ਕਰੋਗੇ ਕਿ ਗਦਰੀ ਬਾਬੇ ਕੌਣ ਸਨ? ਉਹਨਾਂ ਨੂੰ ਕਿਸ ਤਰ੍ਹਾਂ 2-3 ਸੈਂਟੈਂਸ ਕਿਹੜੇ ਬੋਲੋਗੇ? ਗਦਰੀ ਬਾਬੇ ਸਿੱਖ ਕਮਿਊਨਿਸਟ ਸਨ। ਸਿੱਖ ਵਿਰਸਾ ਉਹਨਾਂ ਦਾ ਹਾਂ ਪੱਖੀ ਸੀ। ਉਸ ਵਿਰਸੇ ਦੇ ਨਾਲ ਮਤਲਬ ਕਿ ਪੰਜਾਬ ਦੇ ਵਿੱਚ ਜਿਹੜੀ ਦੁਬਾਰਾ ਗਦਰੀ ਬਾਬਿਆਂ ਦੀ ਭਾਵਨਾ ਤੇ ਸਿੱਖ ਵਿਰਸੇ ਦੇ ਸਮੇਲ ਦੇ ਵਿੱਚੋਂ ਇੱਕ ਨਵੀਂ ਲਹਿਰ ਇੱਥੇ ਉੱਠ ਸਕਦੀ ਹੈ। ਸਿੱਖ ਲਹਿਰ ਸਰਬੱਤ ਦੇ ਭਲੇ ਤੋਂ ਉਰਾ ਨਹੀਂ ਖੜਦੀ, ਤੇ ਸਰਬੱਤ ਦੇ ਵਿੱਚ ਪੰਜਾਬ ਦੇ ਸਾਰੇ ਲੋਕ ਆਉਂਦੇ ਨੇ, ਕਿਉਂਕਿ ਜਿਵੇਂ ਸਿੱਖ ਗੁਰੂਆਂ ਨੇ ਸੁਪਨਾ ਲਿਆ ਸੀ ਸਰਬੱਤ ਦੇ ਭਲੇ ਵਾਲਾ ਇੱਕ ਭਾਈਚਾਰਾ ਉਸਰ ਸਕੇ, ਇਹੀ ਗਦਰੀ ਬਾਬਿਆਂ ਦੀ ਮਤਲਬ ਕਿ। ਸੋ ਅਸੀਂ ਦੇਖਿਆ ਕਿ ਸਾਡੇ ਅੱਜ ਦੇ ਵਿਦਵਾਨ ਗੁਰਬਚਨ ਜੀ ਦੇ ਆਪਣੇ ਵਿਚਾਰ, ਜਿਹੜਾ ਕਿ ਉਹਨਾਂ ਦਾ ਆਪਣਾ ਦ੍ਰਿਸ਼ਟੀਕੋਣ ਹੈ ਖਾਸ ਤੌਰ ਤੇ ਸਿੱਖ ਫਲਸਫੇ ਪ੍ਰਤੀ ਔਰ ਕਮਿਊਨਿਸਟ ਫਲਸਫੇ ਪ੍ਰਤੀ, ਔਰ ਉਹਨਾਂ ਨੇ ਬੜੀ ਬਰੀਕੀ ਦੇ ਨਾਲ ਐਕਸਪਲੇਨ ਕਰਨ ਦਾ ਕੋਸ਼ਿਸ਼ ਕੀਤੀ ਹੈ ਕਿ ਕਾਰਲ ਮਾਰਕਸ ਦੀ ਜਿਹੜੀ ਥਿਊਰੀ ਹੈ ਔਰ ਉਹਨਾਂ ਦਾ ਤੇ ਧਰਮਾਂ ਦਾ ਆਪਸ ਵਿੱਚ ਰਿਸ਼ਤਾ ਕੀ ਹੈ ਔਰ ਕਿਸ ਤਰ੍ਹਾਂ ਧਰਮ ਜਿਹੜਾ ਨਾ ਰੋਲ ਅਦਾ ਕਰ ਸਕਦਾ। ਇਹ ਸਾਰੇ ਉਹਨਾਂ ਦੇ ਆਪਣੇ ਵਿਚਾਰ ਵੱਖਰੇ ਵੀ ਹਨ, ਕੁਝ ਮਿਲਦੇ ਵੀ ਹਨ ਜਿਹੜੇ ਵਿਦਵਾਨ ਪਹਿਲਾਂ ਆ ਕੇ ਗਏ ਨੇ। ਇਸ ਕਰਕੇ ਉਹਨਾਂ ਦਾ ਇੱਥੇ ਆਉਣਾ, ਇਸ ਸਟੂਡੀਓ ਦੇ ਵਿੱਚ ਆਉਣਾ, ਮੈਂ ਸਮਝਦਾ ਕਿ ਇੱਕ ਹੋਰ ਇਸ ਬਹਿਸ ਦੇ ਵਿੱਚ ਇਜ਼ਾਫਾ ਕਰਦਾ ਆ। ਕੁਝ ਹੋਰ ਨਵੇਂ ਪੁਆਇੰਟ ਉੱਭਰੇ ਨੇ ਜਿਹੜੇ ਅਸੀਂ ਆਉਣ ਵਾਲੇ ਵਿਦਵਾਨਾਂ ਦੇ ਨਾਲ ਵੀ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ। ਗੁਰਬਚਨ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ।